मैनो जोग की तोई मैं निर्गुण यारे को गुण नाही। आपे तरस पयोई तरस पया मेहरामत होई। सतगुर सज्जन मिलिया नानक नाम मिलै तां जीवा। तन मन थीवै हरिया पूरा प्रभ आराध्या पूरा जाका नाओ नानक पूरा पाया। पूरे के गुण गाओ सुकाओ टल गुर सेवी है तैनस सहज सुभाए। दर्शन परसिया गुरु के जन्म मरण दुख जाए। वै सिफतक समझी नूर अरसों कुरसों चटिया। तुद डिठे सच्चे पातशाह माल जन्म जन्म दी कटी है। तुद डिठे सच्चे पातशाह माल जन्म जन्म दी कटी है। सतनाम श्री वाहिगुरु साहिब जीओ। श्लोक महला तेजा। परथाए साखी महापुरख बोल दे सांझी सगल जहान। गुरमुख होए सो भौ करे अपना आप पछाण। गुर प्रसादी जीवत मरै ता मन ही ते मन मान। जिनको मन की प्रतीत नाही नानक से क्या कथे ज्ञान। परथाए साखी महापुरख बोल दे सांझी सगल जहान। वाहिगुरु जी का खालसा वाहिगुरु जी की फतेह। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਨੇ ਮਹਾਨ ਕਿਰਪਾ ਕਰਕੇ ਇਹ ਸਾਨੂੰ ਗੁਰਬਾਣੀ ਦੇ ਸ਼ਬਦ ਸਰਵਨ ਕਰਨ ਲਈ ਗੁਰਬਾਣੀ ਦਾ ਉਪਦੇਸ਼ ਦੇਣ ਵਾਸਤੇ ਉਦਮ ਬਖਸ਼ਿਸ਼ ਕੀਤਾ ਹੈ। ਅੰਮ੍ਰਿਤ ਵੇਲੇ ਦਾ ਇਹ ਸਮਾਂ ਬਖਸ਼ਿਸ਼ ਕੀਤਾ ਹੈ ਜੋ ਅਸੀਂ ਸੰਗਤ ਵਿੱਚ ਆ ਕੇ ਜੁੜੇ ਹਾਂ, ਸੰਗਤ ਵਿੱਚ ਆ ਕੇ ਪ੍ਰਾਪਤ ਹੋਏ ਹਾਂ। ਸਤਿਗੁਰਾਂ ਦੇ ਮਹਾਨ ਵਾਕ ਨੇ ਗੁਰਬਾਣੀ ਦੇ ਅੰਦਰ ਬਿਨ ਭਾਗਾਂ ਸਤ ਸੰਗ ਨਾ ਲੱਭੈ। ਇਹ ਜੋ ਸਤ ਸੰਗਤ ਹੈ ਇਹ ਬਿਨਾਂ ਭਾਗਾਂ ਤੋਂ ਬਿਨਾਂ ਕਰਮਾਂ ਤੋਂ ਪ੍ਰਾਪਤ ਨਹੀਂ ਹੁੰਦੀ ਹੈ। ਜਿਸ ਦੇ ਸ੍ਰੇਸ਼ਟ ਕਰਮ ਨੇ ਚੰਗੇ ਭਾਗ ਨੇ ਬਹੁਤੀ ਚੰਗੀ ਕਿਸਮਤ ਪਰਮਾਤਮਾ ਨੇ ਲਿਖੀ ਹੈ ਕਹਿ ਲਈਏ ਉਹ ਸੰਗਤ ਵਿੱਚ ਚੱਲ ਕੇ ਆਉਂਦਾ ਅਤੇ ਸੰਗਤ ਵਿੱਚੋਂ ਗੁਣ ਪ੍ਰਾਪਤ ਹੁੰਦਾ ਹੈ, ਮਾਨ ਪ੍ਰਾਪਤ ਹੁੰਦਾ ਹੈ। ਵੱਡਿਆਂ ਭਾਗਾਂ ਵਾਲੇ ਬਣੇ ਆ ਜੋ ਐਸੀ ਸੰਗਤ ਵਿੱਚ ਗੁਰੂ ਕਿਰਪਾ ਨਾਲ ਗੁਰੂ ਰਹਿਮਤ ਦੇ ਨਾਲ ਆ ਕੇ ਪਹੁੰਚੇ ਆ, ਪ੍ਰਾਪਤ ਹੋਏ ਆ। ਇਸ ਵੇਲੇ ਸਤਿਗੁਰੂ ਜੀ ਸਾਨੂੰ ਸ਼ਬਦ ਦੀ ਜੋ ਵਿਚਾਰ ਹੈ ਗੁਰਬਾਣੀ ਦਾ ਸ਼ਬਦ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਉਪਦੇਸ਼ ਦੇ ਰਹੇ ਨੇ। ਆਓ ਭਾਵਨਾ ਨਾਲ ਸ਼ਰਧਾ ਨਾਲ ਸਤਿਗੁਰਾਂ ਦੇ ਜੋ ਪਵਿੱਤਰ ਬਚਨ ਹਨ ਇਹਨਾਂ ਨੂੰ ਸਰਵਨ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ।
ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਤੀਜਾ। ਸ਼ਲੋਕ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਹੈ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਇਹ ਬਾਣੀ ਲਿਖਵਾਉਂਦੇ ਪਏ ਤੇ ਸਤਿਗੁਰੂ ਇਹ ਸਾਨੂੰ ਪਹਿਲਾਂ ਸਮਝ ਦਿੰਦੇ ਨੇ, ਗਿਆਨ ਦਿੰਦੇ ਨੇ ਕਿ ਇਹ ਬਾਣੀ ਕਿਸ ਗੁਰੂ ਸਾਹਿਬਾਨ ਦੀ ਹੈ, ਉਪਦੇਸ਼ ਕਿਸ ਗੁਰੂ ਦਾ ਹੈ। ਸਤਿਗੁਰਾਂ ਨੇ ਬਚਨ ਲਿਖਿਆ ਮਹੱਲਾ ਤੀਜਾ, ਜੋ ਤੀਸਰੇ ਪਾਤਸ਼ਾਹ ਸਾਹਿਬ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦਾ ਇਹ ਉਪਦੇਸ਼ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। 647 ਅੰਗ ਦੇ ਉੱਪਰ ਇਹ ਸ਼ਬਦ ਮਹਾਰਾਜ ਜੀਆਂ ਨੇ ਅੰਕਿਤ ਕੀਤਾ, ਦਰਜ ਕੀਤਾ ਤੇ ਪਾਤਸ਼ਾਹ ਫਰਮਾਉਂਦੇ ਹਨ। ਪਰਥਾਏ ਸਾਖੀ ਮਹਾਂਪੁਰਖ ਬੋਲੇ, ਸਾਂਝੀ ਸਗਲ ਜਹਾਨ। ਅਮਰਦਾਸ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਕਹਿਣ ਲੱਗੇ ਜੋ ਪ੍ਰਮਾਤਮਾ ਹੈ ਨਾ, ਗੁਰਮੁਖੋ ਪਰਮੇਸ਼ਰ, ਉਸ ਦੇ ਜਿਹੜੇ ਵਰੋਸ ਆਏ ਹੋਏ ਮਹਾਂਪੁਰਖ ਨੇ, ਸੰਤ ਨੇ, ਮਹਾਤਮਾ ਨੇ, ਗੁਰਮੁਖ ਨੇ, ਨਾਮ ਰਸੀਏ, ਉਹਨਾਂ ਦਾ ਸੁਭਾਅ ਕੀ ਹੁੰਦਾ ਹੈ। ਪ੍ਰਥਾਏ ਸਾਖੀ, ਸਬੱਬ ਕਰਕੇ ਕਿਸੇ ਨੂੰ ਉਪਦੇਸ਼ ਦਿੰਦੇ ਪਏ। ਕੋਈ ਵਿਅਕਤੀ ਆ ਗਿਆ ਕੋਲ ਚੱਲ ਕੇ ਆਖਿਆ ਜੀ ਉਪਦੇਸ਼ ਦਿਓ ਮੇਰਾ ਭਲਾ ਹੋ ਜਾਏ, ਉਸ ਵਿਅਕਤੀ ਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ। ਪ੍ਰਥਾਏ ਸਾਖੀ ਤੋਂ ਭਾਵ ਹੁੰਦਾ ਕਿਸੇ ਦੇ ਪ੍ਰਥਾਏ, ਕਿਸੇ ਵਿਸ਼ੇਸ਼ ਵਿਅਕਤੀ ਦੇ ਸੰਬੰਧ ਵਿੱਚ ਕੋਈ ਕੀਤਾ ਗਿਆ ਬਚਨ ਵੀ ਭਾਈ ਆਹ ਕਰਮ ਨੂੰ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ ਤੇ ਤੇਰਾ ਭਲਾ ਹੋਵੇਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪ੍ਰਥਾਏ ਸਾਖੀ, ਕਿਸੇ ਦੇ ਪ੍ਰਥਾਏ, ਕਿਸੇ ਨੂੰ ਵਿਸ਼ੇਸ਼ ਤੌਰ 'ਤੇ ਸਬੱਬ ਦੇ ਨਾਲ ਕੋਈ ਬਹਾਨਾ ਬਣ ਜਾਵੇ, ਕੋਈ ਸਮਾਂ ਹੀ ਇਹੋ ਜਿਹਾ ਬਣ ਜਾਵੇ, ਮਹਾਂਪੁਰਖ ਉਪਦੇਸ਼ ਤੇ ਕਿਸੇ ਹੋਰ ਨੂੰ ਕਰਦੇ ਪਏ। ਪਰ ਕਹਿਣ ਲੱਗੇ ਉਪਦੇਸ਼ ਹੁੰਦਾ ਸਾਂਝੀ ਸਗਲ ਜਹਾਨੈ, ਹੁੰਦਾ ਸਾਰਿਆਂ ਦੇ ਵਾਸਤੇ ਹੀ ਸਾਂਝਾ ਹੈ। ਇਹ ਨਹੀਂ ਵੀ ਜਿਹਨੂੰ ਕਹਿੰਦੇ ਪਏ ਨੇ ਕੇਵਲ ਉਹਦੇ ਵਾਸਤੇ ਹੀ ਹੈ, ਬਾਕੀਆਂ ਵਾਸਤੇ ਨਹੀਂ। ਜੇ ਉੱਥੇ 10 15 20 25 50 ਜਿੰਨੇ ਵੀ ਵਿਅਕਤੀ ਬੈਠੇ ਨੇ, ਜਿਨ੍ਹਾਂ ਨੇ ਉਹ ਬਚਨ ਸੁਣ ਲਿਆ, ਉਹਨਾਂ ਸਾਰਿਆਂ ਦੇ ਭਲੇ ਵਾਸਤੇ ਉਹ ਬਚਨ ਹੈ। ਕਿਉਂਕਿ ਮਹਾਂਪੁਰਖਾਂ ਦਾ ਉਪਦੇਸ਼ ਸਾਰਿਆਂ ਵਾਸਤੇ ਸਾਂਝਾ, ਜਿਹੜਾ ਵੀ ਸੁਣ ਲਵੇ, ਜਿਹੜਾ ਵੀ ਕਮਾ ਲਵੇ, ਉਹਨੂੰ ਪ੍ਰਾਪਤੀ ਹੁੰਦੀ ਹੈ। ਮਹਾਰਾਜ ਬਖਸ਼ਿਸ਼ ਕਰਦੇ ਕਹਿਣ ਲੱਗੇ ਮਹਾਂਪੁਰਖ ਬੋਲਦੇ ਪ੍ਰਥਾਏ ਸਾਖੀ, ਜਿਹੜੀਆਂ ਮਹਾਨ ਆਤਮਾਵਾਂ ਆਈਆਂ ਦੁਨੀਆ ਦਾ ਭਲਾ ਕਰਨ ਵਾਸਤੇ, ਉਹ ਧਰਮ ਕਰਮ ਦੀ ਵਿਚਾਰ ਨਹੀਂ ਕਰਦੇ ਵੀ ਆਹ ਵਿਅਕਤੀ ਕਿਹੜੇ ਧਰਮ ਦਾ ਹੈ, ਆਹ ਵਿਅਕਤੀ ਕਿਹੜੀ ਜਾਤ ਦਾ, ਨਹੀਂ। ਉਹਨਾਂ ਦਾ ਉਪਦੇਸ਼ ਸਾਰਿਆਂ ਵਾਸਤੇ ਹੁੰਦਾ, ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ, ਕਿਸੇ ਵੀ ਜਾਤ ਨਾਲ ਸੰਬੰਧ ਰੱਖਦਾ। ਉਪਦੇਸ਼ ਦੇਣਾ ਭਲੇ ਦਾ, ਦੇਣਾ ਸਾਰਿਆਂ ਵਾਸਤੇ। ਜਦੋਂ ਬੋਲਦੇ ਕਿਸੇ ਇੱਕ ਵਾਸਤੇ ਨੇ, ਸੁਣ ਉਹਨੂੰ ਕੋਈ ਵੀ ਲਵੇ, ਜਿਹੜਾ ਵੀ ਸੁਣੇਗਾ ਨਾ ਉਹਦਾ ਭਲਾ ਹੋ ਜਾਣਾ। ਪਰ ਭਲਾ ਉਹਦਾ ਹੋਵੇਗਾ ਜਿਹਨੇ ਉਹ ਬਚਨ ਸੁਣ ਕੇ ਕਮਾਇਆ ਹੈ। ਜਿਹਨੇ ਸੁਣ ਤੋਂ ਮਗਰੋਂ ਕਮਾਇਆ ਹੀ ਨਹੀਂ, ਉਹਦਾ ਭਲਾ ਕਿਵੇਂ ਹੋਵੇ। ਜਿਵੇਂ ਸਾਹਿਬ ਕਬੀਰ ਸਾਹਿਬ ਜੀਆਂ ਦੇ ਇਤਿਹਾਸ ਵਿੱਚ ਇੱਕ ਸਾਖੀ ਆਉਂਦੀ ਜੀਵਨ ਵਿੱਚ, ਕਹਿਣ ਲੱਗੇ ਭਗਤ ਰਾਮਾਨੰਦ ਜੀ ਤੁਰੇ ਜਾ ਰਹੇ, ਜਿਨ੍ਹਾਂ ਦੀ ਬਾਣੀ ਹੈ ਨਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ, ਤੁਰੇ ਜਾ ਰਹੇ ਰਸਤੇ ਦੇ ਉੱਪਰ, ਅੰਮ੍ਰਿਤ ਵੇਲੇ ਦਾ ਸਮਾਂ। ਜਿਹੜੇ ਰਸਤਿਓਂ ਤੁਰੇ ਜਾ ਰਹੇ ਸਨ ਉਸ ਰਸਤੇ ਵਿੱਚ ਭਗਤ ਕਬੀਰ ਸਾਹਿਬ ਜੀ ਲੰਮੇ ਪਏ ਹੋਏ, ਤੇ ਜਦੋਂ ਤੁਰੇ ਜਾਂਦਿਆਂ ਪੈਰ ਦੀ ਠੋਕਰ ਲੱਗੀ ਨਾ, ਪੈਰ ਦਾ ਠੇਡਾ ਲੱਗਾ, ਰਾਤ ਦਾ ਹਨੇਰਾ ਅੰਮ੍ਰਿਤ ਵੇਲੇ ਦਾ, ਤੇ ਉਹਨਾਂ ਦੇ ਮੁਖੋਂ ਬਚਨ ਨਿਕਲਿਆ ਰਾਮ ਕੇ ਜੀਵ, ਰਾਮ ਦਾ ਨਾਮ ਲਓ। ਹੁਣ ਉਹਨਾਂ ਨੂੰ ਇਹ ਥੋੜ੍ਹੀ ਪਤਾ ਵੀ ਇਹ ਕੌਣ ਥੱਲੇ ਲੰਮੇ ਪਿਆ ਹੋਇਆ, ਕਾਹਦੇ ਵਾਸਤੇ ਪਿਆ, ਕਿਉਂ ਪਿਆ ਹੈ। ਮਹਾਂਪੁਰਖਾਂ ਦਾ ਉਪਦੇਸ਼ ਹੁੰਦਾ ਭਲੇ ਵਾਸਤੇ। ਜਦੋਂ ਇੰਨਾ ਬਚਨ ਆਖਿਆ ਤੇ ਕਬੀਰ ਸਾਹਿਬ ਨੇ ਉਸੇ ਵੇਲੇ ਰਾਮ 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 ਕਰਨਾ ਸ਼ੁਰੂ ਕਰ ਦਿੱਤਾ, ਤੇ ਪ੍ਰਾਪਤੀ ਤਾਂ ਹੋਈ ਜੇ ਕਮਾਈ ਕੀਤੀ ਹੈ। ਹੁਣ ਇਹ ਬਚਨ ਭਗਤ ਰਾਮਾਨੰਦ ਨੇ ਕਈਆਂ ਨਾਲ ਕੀਤਾ ਹੋਵੇਗਾ, ਕਿਉਂਕਿ ਸੁਭਾਅ ਬਣਿਆ ਨਾ ਹਰੇਕ ਨੂੰ ਪ੍ਰੇਰਨਾ ਵੀ ਰੱਬ ਦੇ ਬੰਦਿਆ ਰੱਬ ਦਾ ਨਾਮ ਲੈ। ਕਈਆਂ ਨੂੰ ਕਿਹਾ ਹੋਵੇਗਾ ਜ਼ਿੰਦਗੀ ਵਿੱਚ, ਪਰ ਸਾਰਿਆਂ ਨੇ ਸੁਣਿਆ ਜ਼ਰੂਰ ਹੈ, ਪਰ ਕਮਾਇਆ ਨਹੀਂ। ਕਮਾਇਆ ਕਿਸੇ ਇੱਕ ਦੋ ਨੇ ਹੋ ਸਕਦਾ। ਭਗਤ ਕਬੀਰ ਸਾਹਿਬ ਜੀਆਂ ਨੇ ਇਹ ਉਪਦੇਸ਼ ਸੁਣਿਆ ਹੈ, ਔਰ ਸੁਣ ਕੇ ਉਹਨਾਂ ਨੇ ਉਸੇ ਵੇਲੇ ਉਹਦੀ ਕਮਾਈ ਸ਼ੁਰੂ ਕੀਤੀ, ਤੇ ਉਹ ਦੁਨੀਆ ਵਿੱਚ ਪ੍ਰਾਪਤੀ ਨੂੰ ਹੋ ਗਏ, ਉਹਨਾਂ ਨੂੰ ਪ੍ਰਾਪਤੀ ਹੋ ਗਈ ਪਰਮੇਸ਼ਰ ਦੀ। ਕਹਿਣ ਲੱਗੇ ਵੀ ਮਹਾਂਪੁਰਖ ਬੋਲਦੇ ਤੇ ਸਾਰਿਆਂ ਵਾਸਤੇ ਹੀ ਸਾਂਝਾ ਬਚਨ ਹੈ, ਪਰ ਜਿਹੜਾ ਬਚਨ ਨੂੰ ਲਵੇ ਕਮਾ ਉਹਦਾ ਹੋ ਜਾਏਗਾ ਭਲਾ, ਤੇ ਜਿਹੜਾ ਨਹੀਂ ਕਮਾ ਸਕੇਗਾ ਉਹ ਰਹਿ ਜਾਏਗਾ ਖਾਲੀ। ਜਿਸ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੱਗੇ ਸਿੱਖ ਨੇ ਅਰਦਾਸ ਕੀਤੀ ਹੈ
ਕੋਈ ਪ੍ਰਸਾਦ ਬਣਾ ਕੇ ਲਿਆਉਂਦਾ, ਕੋਈ ਫਲ ਲੈ ਕੇ ਆਉਂਦਾ ਹੈ, ਕੋਈ ਪਾਠ ਕਰਦਾ, ਕੋਈ ਭੋਗ ਪਾਉਂਦਾ ਹੈ, ਉਹ ਆ ਕੇ ਅਰਦਾਸ ਕਰਦਾ ਹੈ, ਮਹਾਰਾਜ ਵੀ ਮੇਰੀ ਇਹ ਅਰਦਾਸ ਹੈ, ਮੇਰਾ ਇਹ ਬੇਨਤੀ ਆਪ ਜੀ ਕਿਰਪਾ ਕਰਕੇ ਸੁਣੋ। ਹੁਣ ਅਰਦਾਸ ਹੋਈ ਹੈ, ਅਰਦਾਸ ਤੋਂ ਉਪਰੰਤ ਮਹਾਰਾਜ ਜੀ ਮੁੱਖ ਵਾਕ ਬਖਸ਼ਿਸ਼ ਕਰਨਗੇ। ਇਹਦਾ ਭਾਵ ਇਹ ਨਹੀਂ ਵੀ ਮੁੱਖ ਵਾਕ ਉਹਦੇ ਇਕੱਲੇ ਵਾਸਤੇ ਹੀ ਹੈ, ਜਿਹਨੇ ਅਰਦਾਸ ਕੀਤੀ ਹੈ ਵੀ ਉਹਨੂੰ ਹੀ ਮਹਾਰਾਜ ਨੇ ਉਪਦੇਸ਼ ਦਿੱਤਾ, ਬਾਕੀ ਜਿਹੜੇ ਬੈਠੇ ਨੇ ਉਹਨਾਂ ਵਾਸਤੇ ਨਹੀਂ। ਉਹ ਉਪਦੇਸ਼ ਸਾਰਿਆਂ ਵਾਸਤੇ ਹੈ, ਜਿਨ੍ਹਾਂ ਦੇ ਕੰਨ ਵਿੱਚ ਪੈ ਗਿਆ, ਜਿਨ੍ਹਾਂ ਨੇ ਉਹ ਬਚਨ ਸੁਣ ਲਿਆ ਨਾ, ਉਹ ਸਾਰਿਆਂ ਵਾਸਤੇ ਸਾਂਝਾ ਉਪਦੇਸ਼ ਮਹਾਰਾਜ ਬਖਸ਼ਿਸ਼ ਕਰਦੇ। ਅੱਜ ਵੀ ਗੁਰੂ ਕੀਆਂ ਸੰਗਤਾਂ ਜਦੋਂ ਸ੍ਰੀ ਮੁਖਵਾਕ ਪ੍ਰਾਪਤ ਹੁੰਦਾ ਨਾ ਸ੍ਰੀ ਹਰਿਮੰਦਰ ਸਾਹਿਬ ਤੋਂ, ਅੰਮ੍ਰਿਤਸਰ ਦੀ ਧਰਤੀ ਤੋਂ, ਤੇ ਕਈ ਗੁਰੂ ਕੇ ਨੇਮੀ ਪ੍ਰੇਮੀ ਸਿੱਖ ਜਿਹੜੇ ਨੇ ਆਪਣੇ ਘਰ ਵਿੱਚ ਪਹਿਲਾਂ ਹੀ ਅਰਦਾਸ ਬੇਨਤੀ ਕਰ ਲੈਂਦੇ ਕਿ ਮਹਾਰਾਜ ਜੀ ਜਿਹੜਾ ਵੀ ਅੱਜ ਹੁਕਮਨਾਮਾ ਆਵੇਗਾ ਮੈਂ ਉਹਦੇ ਮੁਤਾਬਕ ਕਾਰਜ ਕਰਾਂਗਾ। ਹੁਣ ਅਰਦਾਸ ਤੇ ਸ੍ਰੀ ਹਰਿਮੰਦਰ ਸਾਹਿਬ ਹੋਈ ਹੈ, ਸੰਗਤਾਂ ਉੱਥੇ ਬੈਠੀਆਂ ਮੁਖਵਾਕ ਸੁਣ ਰਹੀਆਂ, ਪਰ ਇਹਦਾ ਭਾਵ ਇਹ ਨਹੀਂ ਵੀ ਜਿਹੜੀਆਂ ਅੰਮ੍ਰਿਤਸਰ ਸਰੋਵਰ ਦੇ ਲਾਗੇ ਨੇੜੇ ਬੈਠੀਆਂ ਜਾਂ ਹਰਿਮੰਦਰ ਸਾਹਿਬ ਦੇ ਵਿੱਚ ਬੈਠੀਆਂ ਵੀ ਉਹ ਉਪਦੇਸ਼ ਇਕੱਲਾ ਉਹਨਾਂ ਵਾਸਤੇ ਹੀ ਹੈ, ਨਹੀਂ। ਜਿੱਥੇ ਵੀ ਕੋਈ ਪ੍ਰੇਮੀ ਨੇਮੀ ਗੁਰੂ ਕਾ ਸਿੱਖ ਭਾਵਨਾ ਵਾਲਾ ਬੈਠਾ ਹੈ, ਉਹ ਉਪਦੇਸ਼ ਉਹਦੇ ਵਾਸਤੇ ਵੀ ਹੈ, ਸਾਰਿਆਂ ਵਾਸਤੇ ਸਾਂਝਾ ਹੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਦਾ ਉਪਦੇਸ਼ ਮਹਾਰਾਜ ਕਹਿਣ ਲੱਗੇ, ਮਹਾਂਪੁਰਖ ਬੋਲਦੇ ਪ੍ਰਥਾਏ ਸਾਖੀ। ਮਹਾਂਪੁਰਖ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੋਂ ਵੱਡਾ ਕੌਣ ਹੋ ਸਕਦਾ ਹੈ? ਜਿਹੜੇ ਮਹਾਂਪੁਰਖਾਂ ਨੂੰ ਪੈਦਾ ਕਰਨ ਵਾਲੇ ਨੇ, ਜਿਨ੍ਹਾਂ ਦੀ ਗੁਰਬਾਣੀ ਪੜ੍ਹ ਕੇ ਬੜੀਆਂ ਬੜੀਆਂ ਮਹਾਨ ਆਤਮਾਵਾਂ ਸੱਚਖੰਡ ਦੀ ਪ੍ਰਾਪਤੀ ਵਾਲੀਆਂ ਬਣੀਆਂ। ਹੁਣ ਸਤਿਗੁਰਾਂ ਦੇ ਅੱਗੇ ਅਰਦਾਸ ਤੇ ਇੱਕ ਸਿੱਖ ਕਰਦਾ ਪਿਆ, ਮਹਾਰਾਜ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕਰੋ। ਪਰ ਹੁਕਮਨਾਮਾ ਜਦੋਂ ਹੋਇਆ ਤੇ ਸਾਰੀ ਸੰਗਤ ਨੇ ਸੁਣਿਆ, ਉਹ ਹੈ ਸਾਰਿਆਂ ਵਾਸਤੇ, ਜਿਹੜਾ ਕਮਾ ਲਵੇਗਾ ਨਾ ਉਹਦਾ ਭਲਾ ਹੋ ਜਾਣਾ। ਕਹਿਣ ਲੱਗੇ ਭਾਵੇਂ ਸਤਿਗੁਰੂ ਨੇ, ਭਾਵੇਂ ਕੋਈ ਮਹਾਨ ਆਤਮਾ, ਕੋਈ ਪਵਿੱਤਰ ਆਤਮਾ, ਕੋਈ ਗੁਰਮੁਖ ਹੈ, ਉਹ ਕਿਸੇ ਵਿਸ਼ੇਸ਼ ਵਿਅਕਤੀ ਸੰਬੰਧ ਵਿੱਚ ਭਾਵੇਂ ਕੋਈ ਬਚਨ ਕੀਤਾ ਹੈ, ਪਰ ਬਚਨ ਜਿਹਨੇ ਸੁਣ ਕੇ ਮੰਨ ਲਿਆ ਨਾ ਉਹਨੂੰ ਪ੍ਰਾਪਤੀ ਹੈ। ਮਹਾਰਾਜ ਕਹਿਣ ਲੱਗੇ, ਸਾਂਝੀ ਸਗਲ ਜਹਾਨੈ। ਗੁਰੂ ਦਾ ਬਚਨ ਇੱਕ ਬੰਦੇ ਵਾਸਤੇ ਨਹੀਂ, ਸਾਰੇ ਜਹਾਨ ਵਾਸਤੇ, ਜਗਤ ਵਾਸਤੇ ਹੀ ਹੈ। ਪਰ ਸੁਣ ਕੇ ਜਿਹਨੇ ਕਮਾਈ ਕੀਤੀ ਹੈ ਉਹਨੂੰ ਪ੍ਰਾਪਤੀ ਹੈ, ਜਿਹਨੇ ਸੁਣ ਕੇ ਨਹੀਂ ਕਮਾਇਆ ਉਹ ਤਾਂ ਫਿਰ ਖਾਲੀ ਰਹਿ ਜਾਏਗਾ ਨਾ। ਇਸ ਤਰ੍ਹਾਂ ਜਿਹੜੇ ਸੁਣ ਕੇ ਕਮਾਈ ਕਰਦੇ ਉਹਨਾਂ ਵਾਸਤੇ ਗੁਰੂ ਦਾ ਬਚਨ ਜਿਹੜਾ ਕਿਰਪਾ ਕਰਦਾ ਹੈ। ਗੁਰਮੁਖ ਹੋਏ ਸੋ ਭਉ ਕਰੈ। ਜਿਹੜੇ ਗੁਰਮੁਖ ਹੋਣਗੇ ਉਹ ਤੇ ਗੁਰੂ ਦੇ ਬਚਨ ਦਾ ਭਉ ਰੱਖਣਗੇ, ਡਰ ਰੱਖਣਗੇ ਵੀ ਮੇਰੇ ਗੁਰੂ ਨੇ ਆਹ ਬਚਨ ਆਖਿਆ ਹੈ, ਮੈਂ ਇਹ ਬਚਨ ਦੀ ਕਮਾਈ ਕਰਨੀ ਹੈ। ਕਮਾਈ ਤਾਂ ਹੋਵੇਗੀ ਜੇ ਡਰ ਹੋਵੇਗਾ। ਜੇ ਡਰ ਨਹੀਂ ਹੋਇਆ ਤੇ ਬਚਨ ਕਮਾਇਆ ਨਹੀਂ ਜਾਏਗਾ। ਜੇ ਕੋਈ ਵਿਅਕਤੀ ਆਖੇ ਨਾ ਵੀ ਮੈਂ ਭੱਜ ਜਾਵਾਂ ਦੂਰ ਤੇ ਮੈਂ ਬਚ ਜਾਵਾਂਗਾ, ਨਹੀਂ, ਭੱਜਿਆ ਗੱਲ ਨਹੀਂ ਬਣਨੀ ਹੈ। ਜਿਹਦੇ ਮਨ ਦੇ ਵਿੱਚ ਗੁਰੂ ਦਾ ਡਰ ਹੈ, ਭੈ ਭਾਵਨਾ ਹੈ, ਬਚਨ ਕਮਾਉਂਦਾ ਉਹ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਇਤਿਹਾਸ ਵਿੱਚ ਬਚਨ ਆਇਆ, ਇੱਕ ਸਿੱਖ ਨੂੰ ਆਖਿਆ ਹਾਥੀ ਨਾਲ ਲੜਨਾ। ਉਹਦੇ ਮਨ ਵਿੱਚ ਗੁਰੂ ਦਾ ਡਰ ਨਹੀਂ ਹੈ, ਉਹਦੇ ਮਨ ਵਿੱਚ ਹੈ ਬੇਈਮਾਨੀ, ਉਹਦੇ ਮਨ ਵਿੱਚ ਹੈ ਚਲਾਕੀ, ਚੁਸਤੀ। ਮਨ ਵਿੱਚ ਸੋਚਿਆ ਮੈਂ ਭੱਜ ਹੀ ਜਾਵਾਂ, ਭੱਜ ਕੇ ਗੁਰੂ ਦੇ ਬਚਨ ਤੋਂ ਬਚਿਆ ਨਹੀਂ ਜਾਣਾ। ਇਹ ਸਾਡੇ ਮਨ ਦਾ ਭਰਮ ਹੈ। ਮੈਂ ਕਿਸੇ ਹੋਰ ਪਾਸੇ ਆਪਣੀ ਗੱਲ ਲੈ ਜਾਵਾਂ, ਮੈਂ ਕਿਸੇ ਹੋਰ ਦੀ ਗੱਲ ਸੁਣਨ ਲੱਗ ਪਵਾਂ, ਮੈਂ ਗੁਰੂ ਦੀ ਗੱਲ ਸੁਣਾ ਹੀ ਨਾ ਤੇ ਮੈਨੂੰ ਕੁਝ ਕਰਨਾ ਨਹੀਂ ਪਵੇਗਾ। ਨਹੀਂ, ਮਹਾਰਾਜ ਕਹਿਣ ਲੱਗੇ ਐਸਾ ਬਚਨ ਨਹੀਂ ਹੈ ਭਾਈ। ਬਚਨ ਇਹ ਹੈ ਜਿਹੜੇ ਗੁਰਮੁਖ ਨੇ ਨਾ, ਉਹ ਗੁਰੂ ਦਾ ਬਚਨ ਸੁਣ ਕੇ ਤੇ ਉਹਦੇ ਉੱਪਰ ਭੈ ਰੱਖਦੇ, ਡਰ ਰੱਖਦੇ ਵੀ ਗੁਰੂ ਨੇ ਆਹ ਬਚਨ ਕੀਤਾ ਹੈ, ਇਹਦੀ ਮੈਂ ਕਮਾਈ ਕਰਨੀ ਹੈ, ਨਾ ਕਿ ਮੈਂ ਬਚਨ ਤੋਂ ਭੱਜਣਾ ਹੈ। ਜਿਹੜੇ ਭੱਜੇ ਉਹ ਢਹਿੰਦੀ ਕਲਾ ਨੂੰ ਚਲੇ ਗਏ, ਤੇ ਜਿਹੜੇ ਉਹ ਬਚਨ ਦੇ ਉੱਪਰ ਟਿਕੇ ਰਹੇ ਉਹ ਚੜ੍ਹਦੀ ਕਲਾ ਨੂੰ ਚਲੇ ਗਏ। ਇੱਥੋਂ ਪਤਾ ਲੱਗਦਾ ਵੀ ਮਨਮੁਖ ਕੌਣ ਹੈ, ਇੱਥੋਂ ਪਤਾ ਲੱਗਦਾ ਵੀ ਗੁਰਮੁਖ ਕੌਣ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਗੁਰਮੁਖ ਹੋਏ ਸੋ ਭਾਉ ਕਰੇ। ਜਿਹੜੇ ਗੁਰਮੁਖ ਨੇ ਉਹ ਗੁਰੂ ਦਾ ਡਰ ਵੀ ਰੱਖਦੇ ਨੇ ਕਿ ਮਹਾਰਾਜ ਦਾ ਬਚਨ ਹੋਇਆ, ਇਹ ਕਮਾਈਏ ਤੇ ਭਲਾ ਹੋਵੇਗਾ, ਨਹੀਂ ਕਮਾਵਾਂਗੇ ਤੇ ਸਾਡਾ ਨੁਕਸਾਨ ਹੋ ਸਕਦਾ ਹੈ, ਅਸੀਂ ਦੁੱਖ ਨੂੰ ਪ੍ਰਾਪਤ ਹੋ ਸਕਦੇ। ਗੁਰਮੁਖ ਐਸੇ ਨੇ ਜਿਹੜੇ ਗੁਰੂ ਦਾ ਭੈ ਮੰਨਦੇ ਹਨ। ਆਪਣਾ ਆਪ ਪਛਾਣੈ। ਜਿਹਨੇ ਭਾਈ ਗੁਰੂ ਦਾ ਭੈ ਮੰਨਿਆ ਨਾ, ਡਰ ਮੰਨਿਆ, ਉਹ ਫਿਰ ਆਪਣੇ ਨਿੱਜੀ ਸਰੂਪ ਦੀ ਪਛਾਣ ਕਰ ਲੈਂਦੇ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਉਹਨਾਂ ਨੇ ਆਪਣੇ ਮੂਲ ਨੂੰ ਬੁੱਝਿਆ ਵੀ ਮੈਂ ਕੌਣ ਆ, ਕਿੱਥੋਂ ਆਇਆ ਤੇ ਮੈਂ ਜਨਮ ਕਿਵੇਂ ਸਫਲਾ ਕਰਨਾ। ਕਿਹਨਾਂ ਨੇ ਬੁੱਝਿਆ? ਜਿਨ੍ਹਾਂ ਨੇ ਗੁਰੂ ਦਾ ਡਰ ਮੰਨਿਆ। ਜਿਹਨੂੰ ਗੁਰੂ ਦਾ ਡਰ ਹੀ ਨਹੀਂ, ਉਹ ਫਿਰ ਇਸ ਅਵਸਥਾ ਨੂੰ ਪ੍ਰਾਪਤ ਨਹੀਂ ਕਰਦਾ ਹੈ।
ਇਹ ਉਹਨੇ ਪ੍ਰਾਪਤ ਕੀਤਾ ਜਿਹੜਾ ਗੁਰੂ ਦਾ ਭੈ ਰੱਖਦਾ ਹੈ। ਗੁਰ ਪ੍ਰਸਾਦੀ ਜੀਵਤ ਮਰੈ। ਗੁਰੂ ਪਾਤਸ਼ਾਹ ਕਹਿਣ ਲੱਗੇ ਜੇ ਗੁਰੂ ਦੀ ਕਿਰਪਾ ਲੈਣੀ ਹੈ ਤੇ ਜੀਵਤ ਮਰੈ, ਜਿਉਂਦਿਆਂ ਹੀ ਮਰ ਜਾਣਾ ਕਰ। ਸਤਿਗੁਰਾਂ ਨੇ ਇੱਕ ਉਦਾਹਰਨ ਦਿੱਤੀ ਇਤਿਹਾਸ ਦੇ ਵਿੱਚ, ਕਹਿਣ ਲੱਗੇ ਭਾਈ ਗੁਰੂ ਕਾ ਸਿੱਖ ਜਿਹੜਾ ਨਾ, ਸਿੱਖ ਗੁਰੂ ਕਾ, ਉਹ ਮੁਰਦੇ ਦੇ ਤੋਲ ਹੋਣਾ ਚਾਹੀਦਾ। ਹੁਣ ਮੁਰਦਾ ਜਿਹੜਾ ਨਾ, ਉਸ ਨੂੰ ਕੋਈ ਕਬਰ ਵਿੱਚ ਦਫਨਾਉਣ ਲੱਗਿਆ ਕੋਈ ਸੱਜੇ ਪਾਸੇ ਲੰਮਾ ਪਾ ਦੇ, ਖੱਬੇ ਪਾਸੇ ਪਾ ਦੇ, ਕੋਈ ਮੂਧਾ ਪਾ ਦੇ, ਕੋਈ ਸਿੱਧਾ ਪਾ ਦੇ। ਮੁਰਦਾ ਕਦੇ ਉੱਠ ਕੇ ਨਹੀਂ ਆਖਦਾ ਵੀ ਮੈਨੂੰ ਇਸ ਪਾਸੇ ਨੂੰ ਕਿਉਂ ਪਾਇਆ ਹੈ, ਜਾਂ ਮੁਰਦਾ ਇਹ ਨਹੀਂ ਕਦੇ ਕਹਿੰਦਾ ਵੀ ਮੈਨੂੰ ਠੰਡੇ ਪਾਣੀ ਨਾਲ ਕਿਉਂ ਨਵਾਇਆ, ਤੱਤੇ ਨਾਲ ਕਿਉਂ ਨਵਾਇਆ, ਮੇਰੇ ਉੱਪਰ ਬਰਫ਼ ਕਿਉਂ ਰੱਖੀ ਹੈ, ਮੈਨੂੰ ਡੱਬੇ ਵਿੱਚ ਬੰਦ ਕਿਉਂ ਕੀਤਾ। ਮੁਰਦਾ ਕਦੇ ਇਹ ਗੱਲ ਨਹੀਂ ਆਖਦਾ। ਮਹਾਰਾਜ ਕਹਿਣ ਲੱਗੇ ਜੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰਨੀ ਚਾਹੁੰਦਾ ਤੇ ਸਾਰਿਆਂ ਤੋਂ ਵੱਡਾ ਬਚਨ, ਪਹਿਲਾ ਬਚਨ ਇਹ ਹੈ ਕਿ ਆਪਣੇ ਆਪ ਨੂੰ ਮੁਰਦੇ ਦੇ ਤੁੱਲ ਜਾਣ। ਖਵਾਇਸ਼, ਇੱਛਾ ਇਹ ਸਾਰੀ ਖਤਮ ਕਰ ਦੇ, ਖਾਸ਼ ਨਾ ਰਹਿ ਜਾਵੇ, ਇੱਛਾ ਕੋਈ ਰਹਿ ਹੀ ਨਾ ਜਾਵੇ। ਜੋ ਗੁਰੂ ਕਰਦਾ ਹੈ, ਜੋ ਗੁਰੂ ਕਰੇਗਾ ਉਹ ਮੇਰਾ ਭਲਾ ਹੀ ਹੋਵੇਗਾ, ਮੈਂ ਉਹਦੀ ਰਜ਼ਾ ਵਿੱਚ ਰਹਿਣਾ, ਆਪਣੇ ਮਨ ਦੀ ਮਰਜ਼ੀ ਨਹੀਂ ਕਰਨੀ ਹੈ। ਐਸੀ ਅਵਸਥਾ ਤੇਰੀ ਹੋਣੀ ਚਾਹੀਦੀ, ਐਸੀ ਭਾਵਨਾ ਹੋਣੀ ਚਾਹੀਦੀ ਹੈ। ਗੁਰਪ੍ਰਸਾਦੀ ਜੀਵਤ ਮਰੈ, ਗੁਰੂ ਕਿਰਪਾ ਨਾਲ ਜਿਹੜੇ ਜੀਵਤ ਭਾਵ ਤੋਂ ਮਰ ਗਏ ਨੇ, ਜਿਨ੍ਹਾਂ ਨੇ ਜਿਉਣ ਦੀ, ਪਦਾਰਥਾਂ ਦੀ ਲਾਲਸਾ ਨੂੰ ਛੱਡ ਦਿੱਤਾ ਹੈ, ਇਛਾਵਾਂ ਖਤਮ ਹੋ ਗਈਆਂ, ਐਸੀ ਅਵਸਥਾ ਨੂੰ ਜਿਹੜੇ ਪ੍ਰਾਪਤ ਹੁੰਦੇ ਹਨ। ਤਾਂ ਮਨ ਹੀ ਤੇ ਮਨ ਮਾਨੈ। ਭਾਈ ਉਹਨਾਂ ਦਾ ਜਿਹੜਾ ਮਨ ਹੈ ਨਾ ਗੁਰਮੁਖੋ, ਉਹ ਫਿਰ ਗੁਰੂ ਦੇ ਮੰਤਰ ਦੇ ਉੱਪਰ ਮੰਨ ਜਾਂਦਾ ਹੈ। ਸਾਡਾ ਮਨ ਨਹੀਂ ਨਾ ਮੰਨਦਾ, ਗੁਰੂ ਦੇ ਮੰਤਰ ਉੱਪਰ, ਗੁਰੂ ਦੇ ਉਪਦੇਸ਼ ਉੱਪਰ ਸਾਡਾ ਮਨ ਨਹੀਂ ਮੰਨਦਾ। ਸਤਿਗੁਰੂ ਕਹਿੰਦੇ ਆਹ ਕਰਮ ਕਰ, ਅਸੀਂ ਆਖਦੇ ਵੀ ਨਹੀਂ ਮੇਰਾ ਤੇ ਮਨ ਨਹੀਂ ਮੰਨਦਾ। ਕਿਉਂ ਨਹੀਂ ਮੰਨਦਾ? ਕਿਉਂਕਿ ਅਸੀਂ ਗੁਰੂ ਦੇ ਹੁਕਮ ਦੇ ਵਿੱਚ ਆਪਣੇ ਆਪ ਨੂੰ ਹਾਲੇ ਤੱਕ ਪਾਇਆ ਹੀ ਨਹੀਂ ਹੈ। ਜਿੰਨਾ ਚਿਰ ਹੁਕਮ ਦੇ ਵਿੱਚ ਨਹੀਂ ਨਾ ਪਾਉਂਦੇ, ਉਹਨਾਂ ਚਿਰ ਇਹ ਜਿਹੜਾ ਮਨ ਹੈ ਉਹ ਗੁਰੂ ਦੇ ਮੰਤਰ ਤੇ ਮੰਨੇਗਾ ਨਹੀਂ। ਗੁਰੂ ਦੇ ਮੰਤਰ ਨੂੰ ਮਨਾਉਣ ਵਾਸਤੇ, ਮੰਨਣ ਵਾਸਤੇ ਜੀਵਤ ਭਾਵ ਤੋਂ ਮਰ, ਇਛਾਵਾਂ ਦਾ ਤਿਆਗ ਕਰ, ਫੁਰਨਿਆਂ ਦਾ ਤਿਆਗ ਕਰ, ਲੋਭ ਲਾਲਚ ਦਾ ਤਿਆਗ ਕਰੇਗਾ ਤਾਂ ਇਹ ਤੇਰਾ ਮਨ ਜਿਹੜਾ ਹੈ ਇਹ ਗੁਰੂ ਦੇ ਮੰਤਰ ਨੂੰ, ਗੁਰੂ ਦੇ ਉਪਦੇਸ਼ ਨੂੰ ਮੰਨਦਾ ਹੈ। ਜਿਨ ਕੋ ਮਨ ਕੀ ਪ੍ਰਤੀਤ ਨਾਹੀ। ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਜਿਨ੍ਹਾਂ ਨੂੰ ਮਨ ਕਰਕੇ ਗੁਰੂ ਤੇ ਭਰੋਸਾ ਹੀ ਨਹੀਂ ਹੈ, ਗੁਰੂ ਕੋਲ ਤੇ ਆ ਗਿਆ, ਅਰਦਾਸ ਵੀ ਕੀਤੀ ਹੈ, ਮੱਥਾ ਵੀ ਟੇਕਿਆ, ਪਰ ਗੁਰੂ ਦੇ ਉੱਪਰ ਭਰੋਸਾ ਨਹੀਂ ਹੈ, ਪਤਾ ਨਹੀਂ ਇਹ ਕਾਰਜ ਹੋਵੇਗਾ ਕਿ ਨਹੀਂ ਹੋਵੇਗਾ। ਜਿਨ੍ਹਾਂ ਨੂੰ ਗੁਰੂ ਦੇ ਉੱਪਰ ਭਰੋਸਾ ਨਹੀਂ, ਗੁਰੂ ਦੇ ਉੱਪਰ ਵਿਸ਼ਵਾਸ ਨਹੀਂ ਹੈ, ਜਿਹੜੇ ਐਸੇ ਲੋਕ ਹਨ। ਨਾਨਕ ਸੇ ਕਿਆ ਕਥੇ ਗਿਆਨ। ਉਹਨਾਂ ਨੇ ਫਿਰ ਗਿਆਨ ਦਾ ਵੀ ਕੀ ਕਥਨ ਕਰਨਾ ਹੈ? ਐਵੇਂ ਝੂਠੀਆਂ ਗੱਲਾਂ ਇਧਰੋਂ ਸੁਣੀਆਂ ਉਧਰੋਂ ਸੁਣੀਆਂ, ਗ੍ਰੰਥਾਂ ਵਿੱਚੋਂ ਕੋਈ 4 ਸਾਖੀਆਂ ਪੜ੍ਹ ਲਈਆਂ ਤੇ ਸੁਣਾ ਦਿੱਤੀਆਂ, ਪਰ ਆਪਣੇ ਆਪ ਨੂੰ ਯਕੀਨ ਕੋਈ ਨਹੀਂ ਹੈ, ਭਰੋਸਾ ਕੋਈ ਨਹੀਂ ਹੈ ਵੀ ਇਹ ਕਾਰਜ ਹੋ ਸਕਦਾ ਹੈ। ਮਨ ਵਿੱਚ ਇਹ ਦੁਬਿਧਾ ਬਣੀ ਹੈ, ਪਤਾ ਨਹੀਂ ਹੋਵੇਗਾ ਕਿ ਨਹੀਂ ਹੋਵੇਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਨ ਕੋ ਮਨ ਕੀ ਪ੍ਰਤੀਤ ਨਾਹੀ, ਜਿਨ੍ਹਾਂ ਨੂੰ ਮਨ ਕਰਕੇ ਗੁਰੂ ਦੇ ਉੱਪਰ ਭਰੋਸਾ ਹੀ ਨਹੀਂ ਹੈ, ਵਿਸ਼ਵਾਸ ਤੇ ਬੱਧਾ ਨਹੀਂ, ਕੇਵਲ ਵੇਖੋ ਵੇਖੀ ਦੂਜੇ ਦੇ ਵੱਲ ਆ ਗਏ। ਮਹਾਰਾਜ ਕਹਿਣ ਲੱਗੇ ਭਾਈ ਉਹਨਾਂ ਦੀ ਪ੍ਰਾਪਤੀ ਕੀ ਹੈ? ਹੁਣ ਸਾਡੇ ਸਾਹਮਣੇ ਕਈ ਸਾਖੀਆਂ ਆਪਾਂ ਕਈ ਵਾਰੀ ਸਰਵਣ ਵੀ ਕੀਤੀਆਂ, ਕੇਵਲ ਟੂਕ ਮਾਤਰੀ ਆਪਾਂ ਸਾਖੀਆਂ ਨੂੰ ਟੱਚ ਕਰਦੇ ਹਾਂ ਕਿ ਸਾਨੂੰ ਪਤਾ ਲੱਗ ਜਾਵੇ ਵੀ ਹਾਂ ਆਹ ਗੱਲ ਇਸ ਤਰ੍ਹਾਂ ਹੋਈ ਹੈ। ਹੁਣ ਆਪਾਂ ਮਹਾਨ ਗੁਰਸਿੱਖ ਬਹਾਦਰ ਬਿਧੀ ਚੰਦ ਦੀ ਸਾਖੀ ਲੈ ਲਈਏ। ਬਲਦੇ ਹੋਏ ਭੱਠ ਵਿੱਚ ਬੈਠਣ ਲੱਗੇ, ਪਰ ਜੇ ਪ੍ਰਤੀਤ ਹੀ ਨਾ ਹੁੰਦੀ, ਪ੍ਰਤੀਤ ਸੀ, ਭਰੋਸਾ ਸੀ ਵੀ ਗੁਰੂ ਮੇਰਾ ਵਾਲ ਨਹੀਂ ਵਿੰਗਾ ਹੋਣ ਦੇਵੇਗਾ, ਇਹ ਭਰੋਸਾ ਸੀ ਤਾਂ ਜੈ ਜੈਕਾਰ ਹੋਈ ਹੈ। ਨਾ ਭਰੋਸਾ ਹੁੰਦਾ ਤੇ ਕਿਵੇਂ ਉਹ ਭੱਠ ਵਿੱਚ ਬੈਠ ਜਾਂਦੇ। ਜਦੋਂ ਬਹਾਦਰ ਬਿਧੀ ਚੰਦ ਨੂੰ ਘੋੜੇ ਲਿਆਉਣ ਵਾਸਤੇ ਆਖਿਆ, ਕਹਿਣ ਲੱਗੇ ਮੁਗਲਾਂ ਦਾ ਕਿਲਾ, ਸੰਮਣ ਬੁਰਜ ਦੇ ਵਿੱਚੋਂ, ਕਿਲੇ ਦੇ ਵਿੱਚੋਂ ਜਾ ਕੇ ਘੋੜੇ ਕੱਢਣੇ ਮੌਤ ਨੂੰ ਆਵਾਜ਼ ਮਾਰਨ ਵਾਲੀ ਗੱਲ ਹੈ। ਉਹ ਵੀ ਕਿਸੇ ਆਮ ਵਿਅਕਤੀ ਦੇ ਨਹੀਂ, ਸਮੇਂ ਦੇ ਬਾਦਸ਼ਾਹ ਦੇ ਉਹਦੇ ਹੁੰਦਿਆਂ, ਨਾਲੇ ਬਾਦਸ਼ਾਹ ਉਸ ਵੇਲੇ ਲਾਹੌਰ ਦੇ ਵਿੱਚ ਹੀ ਹੈ, ਉਸੇ ਕਿਲੇ ਵਿੱਚ ਉਹ ਸੁੱਤਾ ਮੰਜਾ ਢਾਹ ਕੇ ਜਿਹੜੇ ਕਿਲੇ ਵਿੱਚੋਂ ਘੋੜੇ ਕੱਢਣੇ। ਪਰ ਬਹਾਦਰ ਬਿਧੀ ਚੰਦ ਨੂੰ ਭਰੋਸਾ ਹੈ ਗੁਰੂ ਦੇ ਉੱਪਰ ਵੀ ਸਤਿਗੁਰਾਂ ਨੇ ਮੈਨੂੰ ਥਾਪੜਾ ਦੇ ਕੇ ਤੋਰਿਆ, ਕਾਰਜ ਤੇ ਮਹਾਰਾਜ ਦਾ ਆਪੇ ਹੀ ਕਰ ਲੈਣਾ, ਆਪੇ ਹੀ ਹੋ ਜਾਣਾ। ਸਤਿਗੁਰੂ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਜਿਨ੍ਹਾਂ ਨੂੰ ਭਰੋਸਾ ਹੈ ਤੇ ਭਰੋਸਾ ਵੱਜਾ ਭਾਈ ਜੈਤਾ ਜੀਆਂ ਨੂੰ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਭਾਈ ਜੈਤਿਆ, ਜਦੋਂ ਅਸੀਂ ਕੁਰਬਾਨੀ ਕਰਾਂਗੇ ਸਾਡਾ ਸੀਸ ਤੈਨੂੰ ਪ੍ਰਾਪਤ ਹੋਵੇਗਾ। ਅਨੰਦਪੁਰ ਸਾਹਿਬ ਲੈ ਕੇ ਚਲਾ ਜਾਈਂ, ਰਸਤੇ ਵਿੱਚ ਤੈਨੂੰ ਕੋਈ ਰੋਕੇਗਾ ਨਹੀਂ, ਤੈਨੂੰ ਕੋਈ ਫੜੇਗਾ ਨਹੀਂ, ਤੇਰਾ ਕੋਈ ਵਾਲ ਵਿੰਗਾ ਨਹੀਂ ਕਰੇਗਾ, ਤੂੰ ਥੱਕੇ ਅੱਕੇਗਾ ਨਹੀਂ।
ਹੁਣ ਭਰੋਸਾ ਹੈ ਨਾ ਗੁਰੂ ਕੇ ਸਿੱਖ ਨੂੰ ਵੀ ਮੇਰੇ ਗੁਰੂ ਨੇ ਬਚਨ ਕੀਤਾ। ਬਾਦਸ਼ਾਹ ਔਰੰਗਜ਼ੇਬ ਜਿਹੜਾ ਉਸ ਵੇਲੇ ਲੋਕੀ ਉਹਦਾ ਨਾਮ ਲੈਣ ਤੋਂ ਵੀ ਡਰਦੇ ਨੇ, ਇੰਨਾ ਭੈ, ਇੰਨਾ ਡਰ, ਐਡਾ ਚੰਡਾਲ ਬਾਦਸ਼ਾਹ, ਪਰ ਗੁਰੂ ਕੇ ਸਿੱਖ ਨੂੰ ਭਰੋਸਾ ਗੁਰੂ ਦੇ ਬਚਨਾਂ ਦੇ ਉੱਪਰ ਚੱਲ ਪਿਆ ਤੇ ਸੇਵਾ ਵਿੱਚ ਪ੍ਰਵਾਨ ਹੋਇਆ। ਮਹਾਰਾਜ ਕਹਿਣ ਲੱਗੇ ਭਾਈ ਜਿਨ੍ਹਾਂ ਨੂੰ ਇਹ ਭਰੋਸਾ ਬੱਝਾ ਉਹ ਤੇ ਸੇਵਾ ਕਰਕੇ ਹੋ ਗਏ ਸਫਲੇ। ਇਤਿਹਾਸ ਵਿੱਚ ਉਹਨਾਂ ਦੀਆਂ ਸੁਣਾਈਆਂ ਜਾਂਦੀਆਂ ਸਾਖੀਆਂ, ਉਹਨਾਂ ਦੀਆਂ ਉਦਾਹਰਨਾਂ, ਉਹਨਾਂ ਦਾ ਜੀਵਨ, ਪਰ ਜਿਨ੍ਹਾਂ ਨੂੰ ਭਰੋਸਾ ਹੀ ਨਹੀਂ ਆਇਆ, ਪਹਿਲਾਂ ਗੁਰੂ ਨੂੰ ਮੱਥਾ ਟੇਕਿਆ, ਫਿਰ ਜਾ ਕੇ ਅੱਗੇ ਪਿੱਪਲ ਨੂੰ ਵੀ ਟੇਕ ਦੇਣਗੇ, ਅੱਗੇ ਕਬਰ ਮੜੀ ਮਸਾਨ, ਉੱਥੇ ਵੀ ਦੀਵਾ ਜਗਾਉਣਾ, ਜਾ ਕੇ ਜੰਡ ਬੇਰੀ ਨੂੰ ਵੀ ਮੰਨਣਾ, ਧਾਗਾ ਬੰਨ੍ਹਣਾ। ਉਹਨਾਂ ਨੂੰ ਇੱਕ ਜਗ੍ਹਾ ਦੇ ਉੱਪਰ ਭਰੋਸਾ ਹੀ ਨਹੀਂ, ਇੱਧਰ ਵੀ ਉੱਧਰ ਵੀ, ਹੰਨੇ ਦੀ ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ, ਕਿਸੇ ਵਿਦਵਾਨ ਨੇ ਲਿਖਿਆ ਕੋਈ ਇੱਧਰ ਨੂੰ ਮੰਨਦਾ, ਕੋਈ ਉੱਧਰ ਨੂੰ ਮੰਨਦਾ, ਕੋਈ ਕਿਸੇ ਦੀ ਪੂਜਾ ਕਰਦਾ। ਕਾਰਨ ਇਹ ਹੈ ਵੀ ਉਹਨਾਂ ਨੂੰ ਭਰੋਸਾ ਇੱਕ ਜਗ੍ਹਾ ਦੇ ਉੱਪਰ ਹੈ ਹੀ ਨਹੀਂ, ਤੇ ਭਰੋਸੇ ਬਿਨਾ ਪ੍ਰਾਪਤੀ ਨਹੀਂ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦੀ ਸਿਫਤ ਸੁਣ ਕੇ, ਆਉਣਾ ਸੁਣ ਕੇ ਇੱਕ ਗਰੀਬ ਸਿੱਖ ਇੱਕ ਟਕਾ ਲੈ ਕੇ ਆ ਗਿਆ। ਉਹਦੀ ਭਾਵਨਾ ਭਰੋਸਾ ਇਹ ਹੈ ਵੀ ਮੇਰਾ ਗੁਰੂ ਟਕੇ ਵੱਲ ਨਹੀਂ ਵੇਖੇਗਾ, ਮੇਰੀ ਭਾਵਨਾ ਵੱਲ ਵੇਖੇਗਾ ਤੇ ਮੈਨੂੰ ਕਿਰਤਾਰਥ ਜ਼ਰੂਰ ਕਰੇਗਾ। ਹੁਣ ਵਿਚਾਰਾ ਸਿੱਖ ਹੈ, ਘਾਈ, ਨਹੀਂ ਪੜ੍ਹਿਆ ਲਿਖਿਆ, ਨਹੀਂ ਬਹੁਤੀ ਦੁਨੀਆਦਾਰੀ ਜਾਣਦਾ, ਨਹੀਂ ਬਹੁਤੀ ਹੁਸ਼ਿਆਰੀ ਤੇ ਚਲਾਕੀ। ਕਲਯੁਗ ਦੇ ਸਮੇਂ ਵਿੱਚ ਹੁਸ਼ਿਆਰੀ ਤੇ ਚਲਾਕੀ ਨੂੰ ਆਪਣੀ ਸਿਆਣਪ ਸਮਝਿਆ ਜਾਂਦਾ ਵੀ ਮੈਂ ਬੜਾ ਸਿਆਣਾ, ਪਰ ਗੁਰੂ ਦੇ ਅੱਗੇ ਐਸੀ ਸਿਆਣਪ ਚਲਾਕੀ ਚੱਲਦੀ ਨਹੀਂ ਹੈ। ਤਾਂ ਹੀ ਮਹਾਰਾਜ ਨੇ ਆਖਿਆ ਚਤੁਰਾਈ ਨਾ ਚਤੁਰ ਭੁਜ ਪਾਈਐ। ਚਲਾਕੀ ਨਾਲ ਕਦੇ ਰੱਬ ਨਹੀਂ ਮਿਲਿਆ। ਜੇ ਕਿਸੇ ਨੂੰ ਮਿਲਿਆ ਤਾਂ ਕੋਈ ਬੰਦਾ ਦੱਸੇ ਵੀ ਫਲਾਣੇ ਬੰਦੇ ਨੇ ਚਲਾਕੀ ਨਾਲ ਪਰਮਾਤਮਾ ਪਾਇਆ। ਨਹੀਂ, ਅਸੀਂ ਚਲਾਕੀ ਜ਼ਰੂਰ ਕਰਦੇ ਹਾਂ ਗੁਰੂ ਦੇ ਨਾਲ ਆ ਕੇ। ਬਾਦਸ਼ਾਹ ਇੱਥੇ ਵੀ ਕਰੀਦਾ ਆ ਕੇ, ਛੱਡਦੇ ਨਹੀਂ ਆਪਣੀ ਚਤੁਰਾਈ ਨੂੰ। ਸਿੱਖ ਆ ਗਿਆ ਭੁਲੇਖੇ ਦੇ ਨਾਲ, ਕਿਸੇ ਸਿਪਾਹੀ ਨੂੰ ਪੁੱਛ ਬੈਠਾ, ਉਹਨੇ ਜਹਾਂਗੀਰ ਦੇ ਕੋਲ ਭੇਜਿਆ। ਜਹਾਂਗੀਰ ਦੇ ਅੱਗੇ ਟਕਾ ਰੱਖਿਆ, ਕਹਿਣ ਲੱਗਾ ਜੀ ਮੁਕਤੀ ਦਿਓ, ਬਖਸ਼ਿਸ਼ ਕਰ ਦਿਓ, ਮਾफ़ ਕਰ ਦਿਓ, ਗੁਨਾਹਾਂ ਤੋਂ ਤੋਬਾ ਕਰਵਾ ਦਿਓ। ਹੁਣ ਜਹਾਂਗੀਰ ਜਾਣ ਗਿਆ ਵੀ ਇਹ ਗਲਤੀ ਨਾਲ ਮੇਰੇ ਕੋਲ ਆ ਗਿਆ। ਕਹਿਣ ਲੱਗਾ ਸਿੱਖਾ ਵੀ ਇਹ ਮੰਗ ਵੀ ਜ਼ਮੀਨ ਕਿੰਨੀ ਚਾਹੀਦੀ ਹੈ, ਕਿੰਨਿਆਂ ਪਿੰਡਾਂ ਦਾ ਪਟਾ ਲਿਖ ਦਿਆਂ, ਕਿੰਨਾ ਸੋਨਾ ਚਾਂਦੀ ਚਾਹੀਦਾ, ਇਹ ਮੈਂ ਦੇ ਸਕਦਾ ਕਿਉਂਕਿ ਮੈਂ ਇਸ ਲੋਕ ਦਾ, ਇਸ ਦੁਨੀਆ ਦਾ ਬਾਦਸ਼ਾਹ ਹਾਂ, ਇਸ ਦੇਸ਼ ਦਾ, ਪਰ ਜਿਹੜੀਆਂ ਗੱਲਾਂ ਤੂੰ ਕਰਦਾ ਉੱਥੇ ਤੇ ਮੇਰੀ ਆਪਣੀ ਪਹੁੰਚ ਨਹੀਂ ਹੈ। ਸਿੱਖ ਨੂੰ ਪਤਾ ਲੱਗ ਗਿਆ ਵੀ ਮੈਂ ਗਲਤ ਆ ਗਿਆ। ਉਸੇ ਵੇਲੇ ਟਕਾ ਚੁੱਕ ਲਿਆ। ਬਾਦਸ਼ਾਹ ਦੇ ਅੱਗੋਂ, ਜਿਹੜਾ ਦੇਸ਼ ਦਾ ਇਸ ਵੇਲੇ ਰਾਜਾ ਹੈ, ਉਹਦੇ ਅੱਗੇ ਭਾਵੇਂ ਟਕਾ ਕੁਝ ਵੀ ਨਹੀਂ, ਮਾਮੂਲੀ ਹੈ, ਫਿਰ ਰੱਖ ਕੇ ਚੁੱਕਣਾ। ਆਮ ਬੰਦਾ ਤੇ ਸੋਚੇਗਾ ਨਾ ਵੀ ਚਲੋ ਛੱਡੋ, ਬਾਦਸ਼ਾਹ ਨਾਲ ਕੀ ਵਿਗਾੜਨੀ ਹੈ, ਨਾਰਾਜ਼ ਹੋ ਜਾਏਗਾ। ਉਹਨੂੰ ਕੋਈ ਫਰਕ ਨਹੀਂ ਹੈ। ਚੁੱਕਿਆ ਟਕਾ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲ ਆਇਆ, ਉੱਥੇ ਲਿਆ ਕੇ ਰੱਖਿਆ। ਉਹੀ ਅਰਦਾਸ ਫਿਰ ਕੀਤੀ। ਸਤਿਗੁਰੂ ਬੜੇ ਤਰੁੱਠੇ, ਬੜੀਆਂ ਬਖਸ਼ਿਸ਼ਾਵਾਂ ਹੋਈਆਂ, ਪਰ ਹੋਈਆਂ ਗੁਰਮੁਖੋ ਉਹਨਾਂ ਤੇ ਜਿਨ੍ਹਾਂ ਨੂੰ ਭਰੋਸਾ ਸੀ ਵੀ ਇੱਥੇ ਇੱਕ ਟਕੇ ਦੇ ਨਾਲ ਸਭ ਕੁਝ ਮਿਲ ਜਾਣਾ। ਗੱਲ ਟਕੇ ਦੀ ਨਹੀਂ ਹੈ, ਗੱਲ ਭਾਵਨਾ ਦੀ ਹੈ, ਗੱਲ ਸ਼ਰਧਾ ਦੀ ਹੈ। ਉਹ ਇੱਕ ਟਕੇ ਵਾਲਾ ਐਸੀ ਸ਼ਰਧਾ ਲੈ ਕੇ ਆਇਆ, ਸਭ ਕੁਝ ਉਸ ਨੂੰ ਮਿਲਿਆ। ਦੁਨੀਆ ਤੇ ਲੱਖਾਂ ਲੈ ਕੇ ਤੁਰੀ ਫਿਰਦੀ ਹੈ, ਕਰੋੜਾਂ ਲੈ ਕੇ ਲੋਕ ਤੁਰੇ ਫਿਰਦੇ, ਪਰ ਉਹ ਕਰੋੜਾਂ ਤੇ ਲੱਖਾਂ ਵਾਲੇ ਕਈ ਵਾਰੀ ਖਾਲੀ ਤੁਰ ਜਾਂਦੇ, ਖਾਲੀ ਰਹਿ ਜਾਂਦੇ। ਭਰੋਸਾ ਨਹੀਂ ਹੈ। ਆਪਣੀ ਬੇਈਮਾਨੀ ਦੇ ਵਿੱਚ ਗੁਰੂ ਨੂੰ ਵੀ ਸ਼ਾਮਲ ਕਰ ਲੈਂਦੇ। ਇੰਨੇ ਕਰੋੜ ਦੀ ਠੱਗੀ ਮਾਰੀ ਹੈ, ਉਹਦੇ ਵਿੱਚੋਂ ਇੰਨੇ ਗੁਰੂ ਨੂੰ ਭੇਟ ਕਰ ਦਿਓ ਤੇ ਮੈਂ ਤੇ ਸਾਫ਼ ਹੋ ਜਾਵਾਂਗਾ, ਮੈਂ ਪਾਪ ਤੋਂ ਮੁਕਤ ਹੋ ਜਾਵਾਂਗਾ। ਨਹੀਂ ਹੋਵੇਗਾ। ਇਹ ਤੇਰੀ ਇਹ ਕੇਵਲ ਮਨ ਦੀ ਚਤੁਰਾਈ ਹੈ ਵੀ ਮੈਂ ਸ਼ਾਇਦ ਇਸ ਤਰ੍ਹਾਂ ਕਰਾਂਗਾ ਤੇ ਗੁਰੂ ਵੀ ਵਿੱਚ ਆ ਜਾਏਗਾ ਤੇ ਮੈਂ ਆਖਾਂਗਾ ਮਹਾਰਾਜ ਮੈਂ ਇੰਨੇ ਤੁਹਾਨੂੰ ਦਿੱਤੇ ਸਨ, ਮੈਨੂੰ ਛਡਾਓ। ਨਹੀਂ, ਉਹ ਤੇਰੀ ਪ੍ਰਵਾਨ ਨਹੀਂ ਹੈ। ਚਲਾਕੀ ਤੇ ਕਰਦਾ ਪਿਆ, ਕਰੀ ਚੱਲ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜੇ ਗੁਰੂ ਤੇ ਭਰੋਸਾ ਹੀ ਨਹੀਂ ਆਇਆ, ਉਹ ਗਿਆਨ ਦੀਆਂ ਜਿੰਨੀਆਂ ਮਰਜ਼ੀ ਗੱਲਾਂ ਕਥਨ ਕਰੀ ਜਾਵੇ, ਉਹਦਾ ਕਥਨ ਕੀਤਾ ਹੋਇਆ ਗਿਆਨ ਜਿਹੜਾ ਉਹ ਕਿਸੇ ਕੰਮ ਦਾ ਨਹੀਂ, ਕਿਉਂਕਿ ਭਰੋਸਾ ਨਹੀਂ ਹੈ, ਯਕੀਨ ਨਹੀਂ ਹੈ। ਕਹਿਣ ਲੱਗੇ ਇੱਕ ਪੰਡਤ ਜਿਹੜਾ ਨਾ ਉਹ ਕਥਾ ਵਿਖਿਆਨ ਕਰਦਾ ਪਿਆ, ਕਹਿਣ ਲੱਗਾ ਵੀ ਰਾਮ ਰਾਮ ਕਹੀਏ ਨਾ ਤੇ ਦਰਿਆ ਵੀ ਰਸਤਾ ਦਿੰਦਾ ਲੰਘਣ ਵਾਸਤੇ, ਨਦੀਆਂ ਵੀ ਰਸਤਾ ਦੇ ਦਿੰਦੀਆਂ, ਰਾਹ ਦੇ ਦਿੰਦੀਆਂ। ਤੇ ਕੋਈ ਮਾਈ ਬੀਬੀ ਜਿਹੜੀ ਹੈ ਨਾ ਸੁਣਦੀ ਪਈ, ਉਹਨੂੰ ਭਰੋਸਾ ਆ ਗਿਆ ਵੀ ਠੀਕ ਹੈ ਵੀ ਰੱਬ ਦਾ ਨਾਮ ਤੇ ਵੱਡਾ ਹੀ ਹੈ ਨਾ। ਉਸ ਮਾਈ ਬੀਬੀ ਨੂੰ ਕੰਮ ਪੈ ਗਿਆ। ਹੁਣ ਨਦੀ ਤੋਂ ਪਾਰ ਲੰਘਣਾ, ਵੇਖਿਆ ਨਦੀ ਚੜੀ ਹੋਈ ਹੈ ਤੇ ਬੀਬੀ ਨੂੰ ਬਚਨ ਚੇਤੇ ਆ ਗਿਆ ਵੀ ਮੈਂ ਕਥਾ ਵਿੱਚ ਸੁਣਿਆ ਸੀ ਵੀ ਰਾਮ ਰਾਮ ਕਹੀਏ ਤੇ ਰਸਤਾ ਮਿਲ ਜਾਂਦਾ, ਦਰਿਆ ਨਦੀਆਂ ਵੀ ਰਸਤਾ ਦਿੰਦੇ।
ਬੀਬੀ ਨੇ ਰਾਮ ਰਾਮ ਕਿਹਾ ਤੇ ਉਹਨੇ ਭਰੋਸਾ ਰੱਖਿਆ ਪਰਮੇਸ਼ਰ ਤੇ, ਨਹੀਂ ਵੇਖਿਆ ਵੀ ਕਿੰਨਾ ਡੂੰਘਾ ਤੇ ਕਿੰਨਾ ਬਹੁਤਾ ਪਾਣੀ ਹੈ, ਤੇ ਚੱਲ ਪਈ ਉਹਦੇ ਉੱਪਰ। ਤੇ ਕਹਿਣ ਲੱਗੇ, ਉਹ ਪੰਡਤ ਵੀ ਉੱਥੇ ਖਲੋਤਾ ਜਿਹੜਾ ਦੱਸਦਾ ਪਿਆ ਸੀ, ਉਹ ਉਡੀਕਦਾ ਪਿਆ ਵੀ ਬੇੜੀ ਆਵੇ, ਕੋਈ ਬੰਦਾ ਲਗਾਉਣ ਵਾਲਾ ਆਵੇ ਤੇ ਮੈਂ ਲੱਗਾ। ਦੱਸਿਆ ਜ਼ਰੂਰ ਹੈ ਪਰ ਭਰੋਸਾ ਨਹੀਂ, ਜਿਹਨੂੰ ਭਰੋਸਾ ਹੈ ਉਹ ਚੱਲ ਪਈ। ਹੁਣ ਮਗਰ ਮਗਰ ਪੰਡਤ ਵੀ ਚੱਲ ਪਿਆ ਵੀ ਆ ਬੀਬੀ ਤੁਰੀ ਜਾਂਦੀ, ਮੈਂ ਵੀ ਇਹਦੇ ਮਗਰ ਹੀ ਲੰਘ ਜਾਵਾਂ। ਪੰਡਤ ਹੋਣਾ ਨੇ ਪੈਰ ਪਾਇਆ ਤੇ ਡੁੱਬ ਗਏ ਪਾਣੀ ਦੇ ਵਿੱਚ। ਭਰੋਸਾ ਨਹੀਂ ਨਾ, ਸੁਣਾਇਆ ਜ਼ਰੂਰ ਹੈ ਗਿਆਨ ਪਰ ਯਕੀਨ ਕੋਈ ਨਹੀਂ ਹੈ। ਮਹਾਰਾਜ ਕਹਿਣ ਲੱਗੇ, ਭਾਈ ਜਿਨ੍ਹਾਂ ਨੂੰ ਪ੍ਰਤੀਤੀ ਆਈ ਹੈ ਨਾ, ਭਰੋਸਾ ਆਇਆ, ਉਹਨਾਂ ਦਾ ਗਿਆਨ ਧਿਆਨ ਕਥਨ ਕੀਤਾ ਸਫਲਾ ਹੈ, ਪਰ ਜਿਹਨੂੰ ਭਰੋਸਾ ਹੀ ਨਹੀਂ ਉਹ ਤੇ ਕੇਵਲ ਐਵੇਂ ਗੱਲਾਂ ਹੀ ਨੇ ਜਿੰਨੀਆਂ ਮਰਜ਼ੀ ਹਵਾ ਵਿੱਚ ਆਪਾਂ ਕਰੀ ਚੱਲੀਏ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਰਹਿਤ ਅਵਰ ਕਸ਼ ਅਵਰ ਕਮਾਵਤ ਮਾਨੀ ਪ੍ਰੀਤ ਮੁਖੋਂ ਗੰਢ ਲਾਵਤ ਜਾਨਨ ਹਾਰ ਪ੍ਰਭੂ ਪ੍ਰਬੀਨ ਬਾਰ ਭੇਖ ਨਾ ਕਾਹੂੰ ਭੀਨ ਅਵਰ ਉਪਦੇਸਾ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੇ ਸੰਸਾਰ। ਐਸੀ ਬਖਸ਼ਿਸ਼ ਹੁੰਦੀ ਹੈ। ਮਹਲਾ ਤੀਜਾ ਗੁਰਮੁਖ ਚੇਤਨਾ ਲਾਇਓ ਅੰਤ ਦੁੱਖ ਬਹੁਤਾ ਪਾਏ। ਗੁਰੂ ਪਾਤਸ਼ਾਹ ਕਹਿਣ ਲੱਗੇ, ਜਿਸ ਵਿਅਕਤੀ ਨੇ ਗੁਰੂ ਦੇ ਨਾਲ ਚਿੱਤ ਨਹੀਂ ਲਾਇਆ, ਗੁਰੂ ਦੇ ਨਾਲ ਮਨ ਨਹੀਂ ਜੋੜਿਆ, ਗੁਰਮੁਖ ਚਿੱਤ ਨਾ ਲਾਇਓ, ਜਿਸ ਨੇ ਮੁਖੀ ਗੁਰਾਂ ਦੇ ਨਾਲ ਆਪਣਾ ਚਿੱਤ ਨਹੀਂ ਲਾਇਆ। ਸੌਖਾ ਜਿਹਾ ਆਪਾਂ ਸਮਝ ਲਈਏ, ਸਮਝ ਆਉਣਾ ਚਾਹੀਦਾ ਗੁਰੂ ਦਾ ਬਚਨ। ਗੁਰੂ ਦੇ ਨਾਲ ਮਨ ਨਹੀਂ ਜੋੜਿਆ, ਕੇਵਲ ਸਰੀਰ ਕਰਕੇ ਜ਼ਰੂਰ ਦਿਖਾਈ ਦਿੰਦਾ, ਕਦੇ ਕਦੇ ਆ ਜਾਂਦਾ ਵੀ ਵੇਖੋ ਮੈਂ ਆ ਗਿਆ ਜੀ, ਕੇਵਲ ਸਰੀਰ ਕਰਕੇ, ਮਨ ਕਿਤੇ ਹੋਰ ਹੀ ਭੜਕਦਾ ਭਜਦਾ ਪਿਆ। ਕਹਿਣ ਲੱਗੇ ਗੁਰੂ ਦੇ ਨਾਲ ਚਿੱਤ ਨਹੀਂ ਨਾ ਲੱਗਾ। ਅੰਤ ਦੁੱਖ ਬਹੁਤਾ ਆਏ, ਅੰਤ ਵੇਲੇ ਬਹੁਤਾ ਦੁੱਖ ਆ ਕੇ ਪ੍ਰਾਪਤ ਹੋਣਾ ਹੈ, ਕਿਉਂਕਿ ਗੁਰੂ ਨਾਲ ਅਸਲ ਵਿੱਚ ਚਿੱਤ ਨਹੀਂ ਲਾਇਆ, ਬਾਹਰੋਂ ਵਿਖਾਵਾ ਕੀਤਾ। ਤੇ ਵਿਖਾਵੇ ਵਾਲੇ ਫਿਰ ਕਹਿਣ ਲੱਗੇ ਅੰਤ ਵੇਲੇ ਬਹੁਤੇ ਦੁੱਖ ਨੂੰ ਪ੍ਰਾਪਤ ਹੁੰਦੇ ਹਨ। ਅੰਦਰੋਂ ਬਾਹਰੋਂ ਅੰਧਿਆਂ ਸੁਧ ਨਾ ਕਾਈ ਪਾਏ। ਲੋਕ ਨੇ ਅੰਦਰੋਂ ਤੇ ਬਾਹਰੋਂ ਅੰਨੇ ਹੀ ਨੇ। ਅੰਨੇ ਕਿਸ ਤਰ੍ਹਾਂ ਨੇ? ਨਾ ਉਹਨਾਂ ਨੂੰ ਅੰਦਰੋਂ ਕੋਈ ਗਿਆਨ ਹੈ, ਭਰੋਸਾ, ਨਾ ਬਾਹਰੋਂ ਅੱਖਾਂ ਹੁੰਦਿਆਂ ਹੋਇਆਂ ਵੀ ਉਹ ਇਹੋ ਜਿਹਾ ਕਰਮ ਕਰਦੇ ਪਏ, ਦੁਨੀਆ ਲਾਹਨਤ ਪਾਉਂਦੀ ਪਈ ਹੈ। ਅੰਦਰੋਂ ਅੰਧ ਵਿਸ਼ਵਾਸ ਦੇ ਭਰੇ ਹੋਏ, ਮਨਮੁਖਤਾਈ ਦੇ ਭਰੇ ਹੋਏ, ਕੁਕਰਮਾਂ ਦੇ ਭਰੇ ਹੋਏ ਐਸੇ ਵਿਅਕਤੀ ਜਿਹੜੇ ਨੇ ਸੁਧ ਨਾ ਕਾਈ ਪਾਏ। ਉਹਨਾਂ ਨੂੰ ਹਾਲੇ ਤੱਕ ਇਹ ਖਬਰ ਹੀ ਨਹੀਂ ਆਈ ਵੀ ਕਿਹੜਾ ਕਰਮ ਕਰਨਾ ਚਾਹੀਦਾ, ਕਿਹੜਾ ਨਹੀਂ ਕਰਨਾ ਚਾਹੀਦਾ। ਐਸੇ ਮਨਮੁਖ ਨੇ, ਇਹੋ ਜਿਹਾ ਕਰਮ ਕਰਦੇ ਜਿਹੜੇ ਕਰਮਾਂ ਨੂੰ ਗੁਰੂ ਰੋਕਦਾ, ਜਿਹੜੇ ਕਰਮਾਂ ਨੂੰ ਮਰਿਆਦਾ ਰੋਕਦੀ ਹੈ, ਉਹਨਾਂ ਕਰਮਾਂ ਨੂੰ ਅੰਧਤਾਈ ਵਿੱਚ, ਅੰਧ ਵਿਸ਼ਵਾਸ ਵਿੱਚ ਲੱਗਾ ਹੋਇਆ ਇਹ ਜੀਵ ਇਸੇ ਤਰ੍ਹਾਂ ਕਰਦਾ ਹੈ। ਤੇ ਅੱਜ ਵੀ ਤੇ ਲੋਕ ਇਸੇ ਤਰ੍ਹਾਂ ਹੀ ਕਰਦੇ ਨਾ, ਕਿ ਕਿਸੇ ਕਹਿ ਦਿੱਤਾ ਪਖੰਡੀ ਨੇ ਵੀ ਇੱਥੇ ਲਿਆ ਕੇ ਬਲੀ ਦਿਓ ਤੇ ਤੁਹਾਨੂੰ ਅੱਗੇ ਆਹ ਪੁੱਤਰ ਮਿਲ ਜਾਏਗਾ, ਜਾਂ ਇੱਥੇ ਆ ਕੇ ਆਹ ਕਰਮ ਕਰੋਗੇ ਤੇ ਆਹ ਹੋ ਜਾਵੇਗਾ। ਤੇ ਦੁਨੀਆ ਜਿਹੜੀ ਹੈ ਉਹ ਅਗਲੇ ਹੋਰ ਪਦਾਰਥ ਲੈਣ ਵਾਸਤੇ ਆਪਣੇ ਹੱਥੋਂ ਦਾ ਵੀ ਗਵਾ ਲੈਂਦੀ ਹੈ, ਐਸੇ ਕਿਸੇ ਪਖੰਡੀ ਮੂਰਖ ਦੇ ਮਗਰ ਲੱਗ ਕੇ। ਮਹਾਰਾਜ ਕਹਿੰਦੇ ਭਾਈ ਇਹ ਐਸੀ ਹਾਲਤ ਹੈ ਕਿ ਦੁਨੀਆ ਆਪਣਾ, ਜਿਵੇਂ ਆਪਾਂ ਪਿੱਛੇ ਇੱਕ ਸਾਖੀ ਸਰਵਣ ਕੀਤੀ ਹੈ ਕਿ ਕਾਸ਼ੀ ਦੇ ਵਿੱਚ ਇੱਕ ਪੰਡਤਾਂ ਨੇ ਆਰਾ ਲਿਆ ਕੇ ਲੱਕੜਾਂ ਚੀਰਨ ਵਾਲਾ ਲਾਇਆ। ਉਹਨਾਂ ਨੇ ਇਹ ਗੱਲ ਕਹਿ ਦਿੱਤੀ ਜਿਹੜਾ ਇੱਥੇ ਗਰਦਨ ਕਟਾਵੇ ਉਹ ਸਵਰਗਾਂ ਦੇ ਸੁਖ ਲਵੇ। ਹੁਣ ਲੋਕਾਂ ਵਿੱਚ ਕਿੰਨਾ ਅੰਧ ਵਿਸ਼ਵਾਸ ਹੈ। ਵੱਡੇ ਵੱਡੇ ਰਾਜੇ ਜਾਂਦੇ ਸੋਨੇ ਦੇ ਭਰ ਕੇ ਥੈਲੇ, ਹੀਰਿਆਂ ਮੋਤੀਆਂ ਦੇ, ਆਹ ਲਓ ਜੀ ਸੋਨਾ ਚਾਂਦੀ ਲਓ, ਸਵਰਗਾਂ ਦਾ ਸੁਖ ਦੇ ਦਿਓ। ਅੰਧ ਵਿਸ਼ਵਾਸ ਇੰਨਾ ਹੈ, ਉਹਦੇ ਮਨ ਵਿੱਚ ਇਹ ਨਹੀਂ ਆਇਆ ਵੀ ਜਿਹੜੇ ਰੱਬ ਨੇ ਇਸ ਜਨਮ ਵਿੱਚ ਸੁਖ ਦਿੱਤੇ, ਉਹਨੇ ਰਾਜਾ ਬਣਿਆ, ਪਹਿਲਾਂ ਇਹ ਭੋਗ ਲਵਾਂ ਤੇ ਕਰਮ ਕਰਾਂ ਚੰਗਾ ਤੇ ਆਪੇ ਪਰਲੋਕ ਦੇ ਸੁੱਖ ਵੀ ਮਿਲਣਗੇ। ਅਗਲੇ ਸੁੱਖ ਦੀ ਇੱਛਾ ਵਾਸਤੇ ਪਿਛਲਾ ਵੀ ਗਵਾ ਲਿਆ, ਆਪਣੇ ਆਪ ਨੂੰ ਮੌਤ ਦੇ ਹਵਾਲੇ ਕਰ ਦਿੱਤਾ, ਆਪਣੇ ਆਪ ਨੂੰ ਆਪੇ ਹੀ ਮਾਰ ਲਿਆ। ਮਹਾਰਾਜ ਕਹਿਣ ਲੱਗੇ ਇਹ ਐਸੇ ਲੋਕ ਨੇ ਜਿਹੜੇ ਅੰਦਰੋਂ ਤੇ ਬਾਹਰੋਂ ਅੰਨੇ ਨੇ। ਜਿਵੇਂ ਕਿਸੇ ਨੇ ਕਹਿ ਦਿੱਤਾ ਨਾ ਭੇਡ ਦੇ ਵਾਂਗ, ਬਸ ਉਧਰ ਨੂੰ ਤੁਰ ਪੈਣਾ, ਵੇਖਣਾ ਨਹੀਂ ਵੀ ਇਹਦਾ ਭਾਵ ਕੀ ਹੈ, ਮਤਲਬ ਕੀ ਹੈ। ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਖਬਰ ਨਹੀਂ ਹੁੰਦੀ ਹੈ। ਪੰਡਤ ਤਿਨ ਕੀ ਬਰਕਤੀ ਸਭ ਜਗਤ ਖਾਏ, ਜੋ ਰਤੇ ਹਰ ਨਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪੰਡਤ ਜੀ, ਜਿਹੜੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਨੇ ਨਾ, ਉਹਨਾਂ ਦਾ ਜਪਿਆ ਹੋਇਆ ਨਾਮ ਤੇ ਨਾਮ ਦੀ ਬਰਕਤ ਜਿਹੜੀ ਹੈ ਨਾ, ਸਾਰਾ ਸੰਸਾਰ ਹੀ ਖਾਂਦਾ। ਐਸੀ ਨਾਮ ਦੀ ਬਰਕਤ ਹੈ। ਨਾਮ ਤੇ ਇੱਕ ਜਪਦਾ ਪਿਆ, ਪਰ ਨਾਮ ਦੀ ਬਰਕਤ ਕਿੰਨੀ ਹੈ, ਸਾਰੀ ਦੁਨੀਆ ਖਾਂਦੀ ਪਈ ਹੈ। ਜਿਵੇਂ ਆਪਾਂ ਬਚਨ ਪੜ੍ਹਦੇ ਹਾਂ ਵੀ ਨਾਮ ਇੱਕ ਨੇ ਜਪਿਆ ਹੈ, ਭਗਤ ਜਨਾਂ ਕੇ 21 ਕੁਲ ਉਧਾਰੇ,
21 ਕੁੱਲ ਦੇ ਵਿੱਚ 21 ਬੰਦਿਆਂ ਦਾ ਜ਼ਿਕਰ ਨਹੀਂ ਹੈ। ਕੁੱਲ ਵਿੱਚ ਕਿੰਨੇ ਵੀ ਹੋ ਸਕਦੇ ਨੇ। ਇੱਕ ਖਾਨਦਾਨ ਦੇ ਵਿੱਚ ਇੱਕ ਪੀੜ੍ਹੀ ਵਿੱਚ 10 ਮੈਂਬਰ ਵੀ ਹੋ ਸਕਦੇ, ਤੇ 21 ਕੁੱਲਾਂ ਦੇ ਮੈਂਬਰਾਂ ਦੀ ਗਿਣਤੀ ਕਰੀਏ ਤੇ ਕਿੰਨੇ ਬਣ ਗਏ? ਸੈਂਕੜੇ ਹੀ ਬਣ ਗਏ ਨਾ। ਹੁਣ ਨਾਮ ਇੱਕ ਨੇ ਜਪਿਆ, ਭਲਾ ਸੈਂਕੜਿਆਂ ਦਾ ਹੋ ਗਿਆ। ਇਹ ਨਾਮ ਦੀ ਮਹਿਮਾ ਹੈ। ਜੋ ਰੱਤੇ ਹਰ ਰੰਗ ਨਾਏ, ਜਿਹੜੇ ਰੱਬ ਦੇ ਨਾਮ ਦੇ ਵਿੱਚ ਰੰਗੇ ਨੇ, ਉਹਨਾਂ ਦੀ ਬਰਕਤ ਸਾਰਾ ਸੰਸਾਰ ਖਾਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਨੀ ਨਾਮ ਤੇ ਆਇਆ ਗੈ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਗੁਰਬਾਣੀ ਵਿੱਚ ਇਹ ਵੀ ਆਇਆ, ਹੋਰ ਕੀਤੀ ਛੁੱਟੀ ਨਾਲ। ਇੱਕ ਥਾਂ ਤੇ ਮਹਾਰਾਜ ਨੇ ਇਹ ਵੀ ਲਿਖਿਆ, ਹੋਰ ਪਤਾ ਨਹੀਂ ਕਿੰਨੀ ਕੁ, ਜਿਨ੍ਹਾਂ ਨੇ ਨਾਮ ਤੇ ਇੱਕ ਨੇ ਜਪਿਆ, ਉਹ ਨਾਮ ਦੀ ਸੰਗਤ ਕਰਨ ਵਾਲੇ ਹੋਰ ਪਤਾ ਨਹੀਂ ਕਿੰਨੇ ਕੁ ਛੁੱਟ ਗਏ, ਕਿੰਨੇ ਕੁ ਮੁਕਤ ਹੋ ਗਏ। ਉਹਨਾਂ ਦੀ ਗਿਣਤੀ ਕੋਈ ਨਹੀਂ। ਇਹ ਨਾਮ ਦੀ ਮਹਿਮਾ ਹੈ। ਜਿਹੜੇ ਰੱਬ ਦੇ ਨਾਮ ਦੇ ਵਿੱਚ ਰੰਗੇ ਨੇ, ਉਹਨਾਂ ਦੀ ਬਰਕਤ ਤੇ ਸਾਰਾ ਸੰਸਾਰ ਹੀ ਖਾਂਦਾ ਹੈ। ਦੁਨੀਆ ਵਿੱਚ ਪਦਾਰਥਾਂ ਦੀ ਬਰਕਤ ਅਤੇ ਪਰਲੋਕ ਦੇ ਵਿੱਚ ਮੁਕਤੀ ਦੀ ਬਰਕਤ। ਐਸੀ ਬਰਕਤ ਇੱਕ ਦੇ ਨਾਮ ਜਪਿਆਂ ਕਈਆਂ ਨੂੰ ਪ੍ਰਾਪਤ ਹੁੰਦੀ ਹੈ। ਜਿਨ ਗੁਰ ਕਾ ਸ਼ਬਦ ਸਲਾਹਿਆ, ਜਿਨ੍ਹਾਂ ਨੇ ਗੁਰੂ ਸ਼ਬਦ ਗੁਰੂ ਸਿੱਖਿਆ ਦੇ ਨਾਲ ਪਰਮੇਸ਼ਰ ਨੂੰ ਸਲਾਹਿਆ ਹੈ, ਉਹਦੀ ਸਿਫਤ ਕੀਤੀ ਹੈ। ਹਰ ਸਿਉ ਰਹਿ ਸਮਾਏ, ਗੁਰਮੁਖ ਨੇ ਹਰੀ ਹਰ ਪਰਮੇਸ਼ਰ ਵਿੱਚ ਸਮਾ ਜਾਂਦੇ, ਲੀਨ ਹੋ ਜਾਂਦੇ ਹਨ। ਪੰਡਤ ਦੂਜੇ ਭਾਏ ਬਰਕਤ ਨਾ ਹੋਵਈ, ਨਾ ਧਨ ਪੱਲੇ ਪਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਪੰਡਤ ਜੀ ਦਵੈਤ ਵਿੱਚ ਲੱਗੀਏ ਤੇ ਬਰਕਤ ਕੋਈ ਨਹੀਂ ਪੈਂਦੀ। ਦਵੈਤ ਨਾਮ ਈਰਖਾ ਦਾ। ਈਰਖਾ ਵਿੱਚ ਪੈ ਜਾਈਏ, ਮੋਹ ਵਿੱਚ ਪੈ ਜਾਈਏ, ਰੱਬ ਦੇ ਨਾਮ ਨੂੰ ਦਈਏ ਛੱਡ, ਦੂਜੇ ਦਾ ਪਦਾਰਥ ਵੇਖ ਕੇ ਸੜੀ ਜਾਣਾ, ਇਹਨੂੰ ਇਹ ਕਿਉਂ ਮਿਲਿਆ, ਕਿਉਂ ਮਿਲਿਆ, ਇਹੋ ਹੀ ਈਰਖਾ ਹੋਈ ਨਾ। ਪਰ ਮਹਾਰਾਜ ਕਹਿਣ ਲੱਗੇ, ਦੂਜੇ ਭਾਏ ਬਰਕਤ ਨਾ ਹੋਵਈ। ਦਵੈਤ ਭਾਵ ਵਿੱਚ ਪਵੇਂਗਾ, ਰੱਬ ਦੇ ਨਾਮ ਨੂੰ ਛੱਡੇਗਾ, ਦੂਜੇ ਦਾ ਪਦਾਰਥ ਖੋਹਣ ਦਾ ਯਤਨ ਕਰੇਗਾ, ਦੂਜੇ ਵੱਲ ਵੇਖ ਕੇ ਜੈਲਸੀ ਕਰੇਗਾ, ਤੇਰੇ ਆਪਣੇ ਪਦਾਰਥ ਵਿੱਚ ਵੀ ਬਰਕਤ ਨਹੀਂ ਪੈਣੀ, ਆਪਣੇ ਘਰੋਂ ਵੀ ਬਰਕਤ ਖੁੱਸ ਜਾਏਗੀ, ਚਲੇ ਜਾਏਗੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਨਾ ਧਨ ਪੱਲੇ ਪਾਏ। ਇਹ ਧਨ ਪਦਾਰਥ ਫਿਰ ਪੱਲੇ ਨਹੀਂ ਪੈਂਦੇ, ਕੋਲ ਨਹੀਂ ਆਉਂਦੇ ਹਨ। ਪੜ ਥੱਕੇ ਸੰਤੋਖ ਨਾ ਆਇਓ। ਬੜੇ ਬੜੇ ਦੁਨੀਆ ਦੇ ਲੋਕ ਗ੍ਰੰਥ ਪੜ੍ਹ ਕੇ ਥੱਕ ਗਏ, ਪਰ ਆਪਣੇ ਮਨ ਨੂੰ ਸੰਤੋਖ ਨਹੀਂ ਆਇਆ। ਆਪਣਾ ਮਨ ਤੇ ਰੱਜਿਆ ਹੀ ਨਹੀਂ। ਪਹਿਲੇ ਸਮਿਆਂ ਵਿੱਚ ਕੀ ਹੁੰਦਾ ਸੀ ਵੀ ਇੱਕ ਪੰਡਤ ਦੂਜੇ ਪੰਡਤ ਨਾਲ ਚਰਚਾ ਕਰਦਾ, ਚਰਚਾ ਵਿੱਚ ਜਿਹੜਾ ਪੰਡਤ ਹਾਰ ਜਾਂਦਾ ਉਹਨੂੰ ਆਪਣੇ ਗ੍ਰੰਥ ਦੇਣੇ ਪੈਂਦੇ, ਤੇ ਜਿੱਤਣ ਵਾਲਾ ਸਾਰੇ ਗ੍ਰੰਥ ਚੁੱਕ ਕੇ ਲੈ ਜਾਂਦਾ, ਨਾਲੇ ਆਪਣੀ ਜੈ ਜੈਕਾਰ ਕਰਦਾ। ਪਰ ਇੰਨਾ ਕੁਝ ਕਰਨ ਤੋਂ ਬਾਵਜੂਦ ਵੀ ਪੜ੍ਹ ਗੱਡੀ ਲੱਦੀ ਹੈ, ਪੜ੍ਹ ਭਰੀ ਹੈ ਸਾਥ। ਮਹਾਰਾਜ ਦਾ ਬਚਨ ਹੈ ਨਾ, ਸਾਥਾਂ ਦੇ ਸਾਥ, ਊਠਾਂ ਦੇ ਊਠ ਭਰ ਲੈ, ਗੱਡਿਆਂ ਦੇ ਗੱਡੇ ਭਰ ਲੈ ਗ੍ਰੰਥਾਂ ਦੇ, ਜਿੱਤ ਕੇ ਮੈਨੂੰ ਆਹ ਗਿਆਨ ਹੈ, ਮੈਨੂੰ ਆਹ ਗਿਆਨ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇੰਨਾ ਗਿਆਨ ਤੇ ਪੜ੍ਹ ਕੇ ਲੈ ਲਿਆ, ਪਰ ਸੰਤੋਖ ਨਹੀਂ ਆਇਆ, ਰੱਜਿਆ ਨਹੀਂ। ਲੋਭ ਦਾ ਕੁੱਤਾ ਤੇ ਹਲੇ ਵੀ ਭੌਂਕਦਾ ਪਿਆ, ਐਸੀ ਇਹਦੀ ਹਾਲਤ ਬਣੀ ਹੈ। ਅੰਦਨ ਜਲਤ ਰਹਾਏ, ਉਮਰਾਂ ਦਿਨੇ ਰਾਤ ਸੜਦਿਆਂ, ਕਦੇ ਕਾਮ ਦੀ ਅੱਗ, ਕ੍ਰੋਧ ਦੀ ਅੱਗ, ਲੋਭ ਦੀ ਅੱਗ ਵਿੱਚ ਸੜਦਿਆਂ ਉਮਰਾਂ ਦਿਨੇ ਰਾਤ ਬਤੀਤ ਹੁੰਦੀ ਹੈ। ਗ੍ਰੰਥਾਂ ਦਾ ਪੜ੍ਹਿਆ ਗਿਆਨ ਕਿਸੇ ਕੰਮ ਨਹੀਂ ਆਇਆ, ਕਿਉਂਕਿ ਸੰਤੋਖ ਤੇ ਧਾਰਿਆ ਨਹੀਂ ਹੈ। ਕੂਕ ਪੁਕਾਰ ਨਾ ਚੁੱਕੇ, ਲੱਗੇ ਉੱਚੀ ਕੀਤੀਆਂ ਪੁਕਾਰਾਂ, ਉੱਚੀ ਮਾਰੀਆਂ ਚੀਕਾਂ ਜਿਹੜੀਆਂ ਕਦੇ ਖਤਮ ਨਹੀਂ ਹੁੰਦੀਆਂ, ਮੁੱਕਦੀਆਂ ਨਹੀਂ ਹਨ। ਨਾ ਸੰਸਾ ਵਿੱਚੋਂ ਜਾਏ, ਸੰਸੇ ਖਤਮ ਹੁੰਦੇ ਨੇ। ਜਿਹਦੇ ਮਨ ਵਿੱਚ ਸੰਤੋਖ ਨਹੀਂ ਨਾ ਆਇਆ, ਰੱਬ ਦੇ ਗਿਆਨ ਦੀ ਪ੍ਰਾਪਤੀ ਨਹੀਂ ਹੋਈ, ਨਾ ਸੰਸੇ ਖਤਮ ਹੋਏ, ਨਾ ਉਹਦੀਆਂ ਪੁਕਾਰਾਂ ਕਦੇ ਮੁੱਕਦੀਆਂ ਹਨ, ਰੋਣਾ ਧੋਣਾ ਕਦੇ ਨਹੀਂ ਮੁੱਕਦਾ ਹੈ। ਨਾਨਕ ਨਾਮ ਹੋਣਿਆ ਮੂੰਹ ਕਾਲਾ ਉੱਠ ਜਾਏ। ਸਤਿਗੁਰੂ ਪਾਤਸ਼ਾਹ ਫਰਮਾਉਂਦੇ, ਜਿਹੜੇ ਨਾਮ ਤੋਂ ਵਿਹੂਣੇ ਨੇ, ਵਿਹੂਣਾ ਭਾਵ ਖਾਲੀ, ਜਿਹਦੇ ਕੋਲ ਨਾਮ ਦੀ ਕੋਈ ਕਮਾਈ ਨਹੀਂ ਹੈ, ਜਿਹਨੇ ਕਦੇ ਵਾਹਿਗੁਰੂ ਮੰਤਰ ਦਾ ਚਿੰਤਨ ਨਹੀਂ ਕੀਤਾ, ਕਦੇ ਆਪਣੇ ਘਰ ਵਿੱਚ ਬੈਠ ਕੇ ਰਾਮ ਦੇ ਨਾਮ ਦੀ ਕਮਾਈ ਨਹੀਂ ਕੀਤੀ ਹੈ। ਨਾਨਕ ਨਾਮ ਵਿਹੂਣਿਆ, ਜਿਹੜੇ ਨਾਮ ਤੋਂ ਖਾਲੀ ਨੇ, ਨਹੀਂ ਜਪਦੇ ਨਾਮ, ਕੀ ਹਾਲਤ ਹੋਵੇਗੀ? ਮੂੰਹ ਕਾਲੇ ਉੱਠ ਜਾਏ। ਜਿਹੜੇ ਕਾਲੇ ਮੂੰਹਾਂ ਵਾਲੇ ਜਮਦੂਤ ਨੇ ਨਾ, ਉਹਨਾਂ ਦੇ ਨਾਲ ਉੱਠ ਕੇ ਸੰਸਾਰ ਤੋਂ ਜਾਣਾ ਪਵੇਗਾ। ਕਾਲੇ ਮੂੰਹ ਵਾਲੇ ਜਮ ਤੈਨੂੰ ਪਕੜ ਕੇ ਇੱਥੋਂ ਲੈ ਜਾਣਗੇ, ਕਿਉਂਕਿ ਨਾਮ ਨਹੀਂ ਜਪਿਆ। ਐਸੀ ਹਾਲਤ ਬੰਨੀ ਹੈ। ਪੌੜੇ ਹਰ ਸੱਜਣ ਮੇਲ ਪਿਆਰੇ, ਮਿਲ ਪੰਥ ਦਸਾਈ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ, ਗੁਰੂ ਕਾ ਸਿੱਖ ਐਸੀ ਅਰਦਾਸ ਕਰਦਾ ਹੈ, ਹਰ ਪਿਆਰੇ, ਐ ਹਰੀ ਪਿਆਰੇ ਪਰਮਾਤਮਾ,
ਮੈਨੂੰ ਗੁਰੂ ਰੂਪੀ ਸੱਜਣ ਮਿਲਣਾ ਕਰ, ਮੈਨੂੰ ਗੁਰੂ ਮਿਲ ਦੇ, ਮੈਨੂੰ ਗੁਰੂ ਦੀ ਪ੍ਰਾਪਤੀ ਕਰਵਾ ਦੇ, ਕਿਉਂਕਿ ਗੁਰੂ ਦੇ ਕੋਲੋਂ ਪੰਥ ਦਸਾਈ, ਮੈਂ ਗੁਰੂ ਕੋਲੋਂ ਰਸਤਾ ਪੁੱਛਾਂ ਮੁਕਤੀ ਦਾ। ਮੁਕਤੀ ਦਾ ਰਸਤਾ ਕੇਵਲ ਗੁਰੂ ਕੋਲ ਹੀ ਹੈ। ਮੈਨੂੰ ਐਸੇ ਗੁਰੂ ਦੀ ਪ੍ਰਾਪਤੀ ਕਰਵਾਓ ਹੈ ਪ੍ਰਮਾਤਮਾ ਕਿ ਮੈਂ ਗੁਰੂ ਦਾ ਉਪਦੇਸ਼ ਸੁਣ ਕੇ ਮੁਕਤੀ ਦੇ ਰਸਤੇ ਨੂੰ ਪ੍ਰਾਪਤ ਕਰਾਂ। ਜੋ ਹਰ ਦਸੇ ਮਿੱਤ ਤਿਸ ਹਉ ਬਲ ਜਾਈ। ਜੋ ਮੈਨੂੰ ਪ੍ਰਮਾਤਮਾ ਦਾ ਰਸਤਾ ਦੱਸੇਗਾ ਉਹ ਮੇਰਾ ਮਿੱਤਰ ਹੈ, ਮੈਂ ਉਹ ਤੋਂ ਬਲਿਹਾਰ ਜਾਵਾਂ। ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਹੋਂ ਬਕੋਂ ਸੁਭ ਰਸਨਾ ਦੀਜੈ ਪ੍ਰਾਨ ਅਕੋਰ। ਜਿਹੜਾ ਰੱਬ ਦਾ ਰਾਹ ਦੱਸੇ ਮੈਂ ਉਹਦੀ ਐਸੀ ਸਿਫਤ ਕਰਦਾ ਹਾਂ। ਗੁਣ ਸਾਂਝੀ ਤਿੰਨ ਸਿਓ ਕਰੇ ਹਰ ਨਾਮ ਧਿਆਈ। ਮੈਂ ਗੁਣਾਂ ਦੀ ਸਾਂਝ ਵੀ ਉਹਨਾਂ ਦੇ ਨਾਲ ਕਰਾਂਗਾ ਜਿਨ੍ਹਾਂ ਨੇ ਨਾਮ ਧਿਆਇਆ, ਨਾਮ ਨੂੰ ਜਪਿਆ ਹੈ। ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ। ਜਿਨ੍ਹਾਂ ਨੇ ਹਰੀ ਹਰ ਪਰਮੇਸ਼ਰ ਦੀ ਸੇਵਾ ਕੀਤੀ ਹੈ। ਪਰਮੇਸ਼ਰ ਦੀ ਸੇਵਾ ਜਿਹੜੀ ਹੈ ਗੁਰਮੁਖੋਂ ਨਾਮ ਜਪਣਾ ਹੀ ਹੈ। ਤੁਸੀਂ ਜਪਜੀ ਸਾਹਿਬ ਦਾ ਪਾਠ ਕਰ ਲਿਆ ਨਾ, ਇਹ ਪਰਮੇਸ਼ਰ ਦੀ ਭਗਵਾਨ ਦੀ ਸੇਵਾ ਕਰ ਲਈ ਹੈ। ਸੁਖਮਨੀ ਸਾਹਿਬ ਦਾ ਪਾਠ ਕਰਦੇ ਪਏ ਹੋ, ਵਾਹਿਗੁਰੂ ਮੰਤਰ ਦਾ ਜਾਪ ਕਰਦੇ ਪਏ ਹੋ, ਸਹਿਜ ਪਾਠ ਕਰਦੇ ਜਾਂ ਸੁਣਦੇ ਪਏ ਹੋ, ਕਥਾ ਕੀਰਤਨ ਸੁਣਦੇ ਪਏ ਹੋ, ਇਹ ਹੈ ਪਰਮੇਸ਼ਰ ਦੀ ਸੇਵਾ। ਜਿਨ੍ਹਾਂ ਨੇ ਇਹ ਸੇਵਾ ਕੀਤੀ ਹੈ, ਮਹਾਰਾਜ ਕਹਿਣ ਲੱਗੇ ਸੇਵ ਹਰ ਸੁਖ ਪਾਈ। ਉਹਨਾਂ ਨੂੰ ਐਸ ਲੋਕ ਦਾ ਸੁਖ ਤੇ ਪਰਲੋਕ